ਰੁਜ਼ਗਾਰ ਮੇਲਿਆਂ ਨਾਲ ਨੌਕਰੀ ਨਹੀਂ ਮਿਲ ਸਕਦੀ। ਜੇ ਤੁਸੀਂ ਇੱਕ ਦੁਕਾਨ ਤੇ ਕੋਈ ਬੰਦਾ ਲਵਾ ਦਿਓ ਉਹ ਰੁਜ਼ਗਾਰ ਨਹੀਂ ਮੰਨਿਆ ਜਾ ਸਕਦਾ। ਜਿਹੜੇ ਲੀਡਰ ਅੱਜ ਕੱਲ੍ਹ ਪੈਦਾ ਹੁੰਦੇ ਨੇ ਨਾ ਉਹ ਪੇਡ ਲੀਡਰ ਨੇ। ਜਦੋਂ ਤੁਹਾਡੇ ਤੋਂ ਇਹ ਸਰਵਿਸ ਲੈਣ ਆਉਂਦੇ ਆ ਤੁਹਾਨੂੰ ਕਹਿੰਦੇ ਕੀ ਆ ਕਿ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਵੀ ਯਾਰ ਅਸੀਂ ਪਿਛਲੀ ਵਾਰੀ ਐਡੇ ਗੱਪ ਮਾਰੇ ਸੀ ਹੁਣ ਇਦੋਂ ਵੱਡੇ ਗੱਪ ਮਾਰਨੇ ਆ ਤਾਂ ਸਾਨੂੰ ਗੱਪ ਬਣਾ ਕੇ ਦਿਓ। ਅਸੀਂ ਉਹ ਲੋਕ ਚਾਹੁੰਦੇ ਜਿਹੜੇ ਡੈਡੀਕੇਟਡ ਹੋਣ, ਰੰਗ ਨਾ ਚੇਂਜ ਕਰਨ। ਮੇਰੇ ਕੋਲ ਸਿਰਫ ਐਂ ਤਾਂ ਹੁਣ ਮੈਂ ਜੇ ਕਹਿ ਦਿਆਂ ਵੀ ਮੈਂ ਕੰਸਲਟੈਂਸੀ ਪ੍ਰੋਵਾਈਡ ਕਰਾਂਗਾ, ਹਜ਼ਾਰਾਂ ਬੰਦੇ ਲੀਡਰ ਬਣਨ ਦੇ ਬਾਈ ਜੀ ਕਹਾਉਣ ਦੇ ਕਈ ਚਾਹਵਾਨ ਹੁੰਦੇ ਨੇ, ਪਰ ਜਿਹੜੀ ਸਟ੍ਰੈਟਜੀ ਉਹਨਾਂ ਨੂੰ ਮਿਲਦੀ ਹੈ ਉਹਨਾਂ ਨੂੰ ਤਾਂ ਪੇਡ ਮਿਲਦੀ ਹੈ, ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਂਗੇ। ਤਾਂ ਇੱਥੇ ਸਾਡੇ ਕੋਲ ਬਦਲ ਦੋ ਹੀ ਰਹਿਣੇ ਹੈ ਤੇ ਦੋਵਾਂ ਚੋਂ ਇੱਕ ਬਦਲ ਚੱਲਦਾ ਪਿਆ, ਇੱਕ ਆਉਣ ਵਾਲਾ ਹੈ। ਠੀਕ ਹੈ, ਬਾਕੀ ਹਾਂ ਇਸ਼ਾਰਾ ਤੁਸੀਂ ਸਮਝ ਹੀ ਗਏ ਹੋਵੋਗੇ। ਸਤਿ ਸ੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਗੱਲ ਬੜੀ ਸੋਹਣੀ ਲੱਗਦੀ ਆ ਜਦੋਂ ਇਹ ਗੱਲ ਸਟੇਜਾਂ ਤੋਂ ਹੁੰਦੀ ਆ, ਜਦੋਂ ਇਹ ਗੱਲ ਟੀਵੀ ਸਕਰੀਨਾਂ ਤੇ ਹੁੰਦੀ ਆ, ਜਦੋਂ ਅਸੀਂ ਮੋਬਾਈਲਾਂ ਦੇ ਵਿੱਚ ਇਹ ਗੱਲਾਂ ਸੁਣਦੇ ਆ ਤੇ ਸਾਡੇ ਲੋਕ ਵਿਸ਼ਵਾਸ ਵੀ ਬੜੀ ਜਲਦੀ ਕਰ ਲੈਂਦੇ ਆ ਕਿ ਯਾਰ ਇਹਨੇ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਆ, ਇਹੀ ਸਾਡੇ ਪੰਜਾਬ ਨੂੰ ਬਚਾਊਗਾ। ਪਰ ਬਚਾਉਣਾ ਸਾਨੂੰ ਖੁਦ ਨੂੰ ਪੈਣਾ। ਇਸ ਦੇ ਬਾਬਤ ਪਿਛਲੇ ਦਿਨਾਂ ਦੇ ਵਿੱਚ ਸਾਡੇ ਅਦਾਰੇ ਵੱਲੋਂ ਇੱਕ ਮੁਲਾਕਾਤ ਬਾਈ ਤਰਸੇਮ ਸਿੰਘ ਬਰਾੜ ਹੋਰਾਂ ਦੇ ਨਾਲ ਕੀਤੀ ਜਾਂਦੀ ਆ। ਬਾਈ ਨੇ ਗੱਲ ਕਿਹਨਾਂ ਦੀ ਕੀਤੀ ਸੀ? ਕਿਸੇ ਲੀਡਰਾਂ ਦੀ ਗੱਲ ਨਹੀਂ ਕੀਤੀ। ਬਾਈ ਨੇ ਗੱਲ ਆਮ ਲੋਕਾਂ ਦੀ ਕੀਤੀ ਆ ਕਿ ਕਿਉਂ ਅਸੀਂ ਵੋਟਾਂ ਪਾ ਕੇ ਲੀਡਰਾਂ ਨੂੰ ਲੀਡਰ ਬਣਾਉਣੇ ਆ, ਅਸੀਂ ਖੁਦ ਕਿਉਂ ਨਹੀਂ ਬਣ ਸਕਦੇ। ਰਾਜ ਭਾਗ ਜੇਕਰ ਅਸੀਂ ਕਿਸੇ ਨੂੰ ਕਿਉਂ ਸੰਭਾਉਣੇ ਆ, ਉਹ ਰਾਜ ਅਸੀਂ ਖੁਦ ਕਿਉਂ ਨਹੀਂ ਕਰ ਸਕਦੇ। ਤਾਂ ਉਹ ਗੱਲ ਲੋਕਾਂ ਵੱਲੋਂ ਪਸੰਦ ਬੜੀ ਕੀਤੀ ਗਈ। ਪਰ ਲੋਕਾਂ ਦੇ ਦਿਮਾਗ ਦੇ ਵਿੱਚ ਸ਼ੰਕੇ ਬੜੇ ਹੋਣੇ ਆ ਕਿ ਯਾਰ ਚਲੋ ਠੀਕ ਆ, ਅਸੀਂ ਐਮਐਲਏ ਦੀਆਂ ਟਿਕਟਾਂ ਦੇ ਲਈ ਦਾਅਵੇਦਾਰੀ ਪੇਸ਼ ਕਰਤੀ, ਪਰ ਅਗਲਾ ਸਟੈਪ ਕੀ ਹੋਊਗਾ? ਉਸ ਤੋਂ ਅੱਗੇ ਅਸੀਂ ਕਰਾਂਗੇ ਕੀ? ਕਿਉਂਕਿ ਅਸੀਂ ਤਾਂ ਆਮ ਘਰਾਂ ਦੇ ਆ, ਸਾਨੂੰ ਤਾਂ ਪਤਾ ਹੀ ਕੱਖ ਨਹੀਂ, ਅਸੀਂ ਤਾਂ ਕਿਸੇ ਪਾਰਟੀਆਂ ਦੇ ਨਾਲ ਜੁੜੇ ਨਹੀਂ। ਪਰ ਇਸ ਦੇ ਬਾਬਤ ਵੀ ਇਹਦਾ ਹੱਲ ਵੀ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਸ਼ਾਇਦ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਕੰਸਲਟੈਂਸੀਆਂ ਬਣੀਆਂ ਹੁੰਦੀਆਂ ਨੇ। ਬਣੀਆਂ ਕਿਸ ਚੀਜ਼ ਦੇ ਲਈ ਹੁੰਦੀਆਂ ਨੇ? ਜਦੋਂ ਤੁਸੀਂ ਦਾਅਵੇਦਾਰੀ ਪੇਸ਼ ਕਰਦੇ ਹੋ ਅਤੇ ਜਦੋਂ ਤੋਂ ਤੁਸੀਂ ਜਿੱਤ ਪ੍ਰਾਪਤ ਨਹੀਂ ਕਰ ਲੈਂਦੇ ਜਾਂ ਲੋਕਾਂ ਦੀਆਂ ਵੋਟਾਂ ਨਹੀਂ ਬਟੋਰ ਲੈਂਦੇ, ਉਦੋਂ ਤੱਕ ਕੰਸਲਟੈਂਸੀਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ, ਜਿਹਦੇ ਵਿੱਚ ਕਿ ਤੁਹਾਡੇ ਵਾਅਦੇ ਕਿੱਦਾਂ ਦੇ ਹੋਣਗੇ। ਜਾਂ ਮੈਂ ਜੇਕਰ ਗੱਲ ਕਰ ਲਾਂ ਕਿ ਜਿਹੜੇ ਲੋਲੀਪੌਪ ਦਿੱਤੇ ਜਾਂਦੇ ਉਹ ਲੋਲੀਪੌਪ ਕਿੱਦਾਂ ਦੇ ਦਿੱਤੇ ਜਾਣਗੇ, ਉਸ ਦੇ ਬਾਬਤ ਜਿਹੜੀ ਆ ਗੱਲਬਾਤ ਅੱਜ ਦੀ ਰਹੇਗੀ। ਕਿ ਕੰਸਲਟੈਂਸੀ ਚਲੋ ਠੀਕ ਆ, ਵੱਡੀਆਂ ਪਾਰਟੀਆਂ ਨੇ ਆਪਣੀਆਂ ਵੱਡੀਆਂ ਕੰਸਲਟੈਂਸੀਆਂ ਹਾਇਰ ਕਰ ਲਈਆਂ, ਪਰ ਸਾਡੇ ਜਿਹੜੇ ਆਮ ਘਰਾਂ ਦੇ ਮੁੰਡੇ ਕੁੜੀਆਂ ਉੱਠਣਗੇ ਉਹ ਜਿਹੜੀ ਆ ਕੰਸਲਟੈਂਸੀ ਕਿਹਦੇ ਕੋਲੇ ਜਾਣਗੇ? ਤਾਂ ਵਕੀਲ ਸਾਹਿਬ ਸਾਡੇ ਕੋਲੇ ਆਇਆ। ਵਕੀਲ ਸਾਹਿਬ ਨੇ ਬੜਾ ਵੱਡਾ ਜੇਰਾ ਦਿਖਾਇਆ ਕਿ ਭਈ ਅਸੀਂ ਅੱਗੇ ਆਏ ਹਾਂ, ਅਸੀਂ ਫ੍ਰੀ ਆਫ ਕਾਸਟ ਜਿਹੜੀ ਆਪਣੀ ਸਰਵਿਸ ਦੇਵਾਂਗੇ। ਰਵਨੀਤ ਬਾਈ ਸਾਡੇ ਨਾਲ ਆ। ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਹਾਂ, ਫਿਰ ਆਮ ਲੋਕਾਂ ਦੀ ਗੱਲ ਬਾਈ ਦੇ ਨਾਲ ਕਰਾਂਗੇ, ਆਮ ਕੰਸਲਟੈਂਸੀ ਦੀ ਗੱਲ ਬਾਈ ਹੋਰਾਂ ਦੇ ਨਾਲ ਕਰਾਂਗੇ। ਬਾਈ ਸਭ ਤੋਂ ਪਹਿਲਾਂ ਸਵਾਗਤ ਹੈ। ਧੰਨਵਾਦ ਜੀ ਆਰਐਮਬੀ ਟੈਲੀਵਿਜ਼ਨ ਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡਾ ਪਲੇਟਫਾਰਮ ਯੂਜ਼ ਕਰਨ ਦਾ, ਮੇਰੀ ਗੱਲ ਆਮ ਆਵਾਮ ਦੇ ਅੱਗੇ ਰੱਖਣ ਲਈ। ਜਿਹੜਾ ਤੁਸੀਂ ਅੱਜ ਗੱਲ ਕੀਤੀ ਹੈ ਕੰਸਲਟੈਂਸੀ ਦੀ, ਇਹ ਕੰਸਲਟੈਂਸੀ ਦਾ ਟ੍ਰੈਂਡ ਪਿਛਲੇ ਤਕਰੀਬਨ 10 ਸਾਲਾਂ ਤੋਂ ਚੱਲ ਰਿਹਾ ਅਤੇ ਜਿਹਦੇ ਵਿੱਚ ਮੈਂ ਪਹਿਲਾਂ ਆਪਣੇ ਪ੍ਰੀਵੀਅਸ ਕੈਰੀਅਰ ਦੇ ਵਿੱਚ ਮੈਂ ਇੱਕ ਕੰਮ ਕਰ ਚੁੱਕਿਆ, ਭਾਵੇਂ ਨੈਸ਼ਨਲ ਲੈਵਲ 'ਤੇ ਹੋਵੇ, ਭਾਵੇਂ ਸਟੇਟ ਦਾ, ਭਾਵੇਂ ਅਦਰ ਦੈਨ ਪੰਜਾਬ ਦਾ, ਸਾਊਥ ਤੱਕ ਵੀ ਅਸੀਂ ਜਾ ਕੇ ਆਏ ਹਾਂ। ਅਤੇ ਉਹਦੇ ਵਿੱਚ ਕੀ ਹੁੰਦਾ ਹੈ, ਇੱਕ ਪ੍ਰੋਪਰ ਸਟ੍ਰੈਟਜੀ ਬਣਦੀ ਹੈ। 6 ਮਹੀਨੇ ਪਹਿਲਾਂ, ਸਾਲ ਪਹਿਲਾਂ ਜਿੰਨੇ ਵੀ ਇਲੈਕਸ਼ਨ ਲੜਨੀ ਹੈ, ਇੱਕ ਸਟ੍ਰੈਟਜੀ ਬਣਨ ਲੱਗ ਜਾਂਦੀ ਹੈ ਕਿ ਉਸ ਏਰੀਏ ਦੇ ਵਿੱਚ ਵਿਚਰਨਾ ਕਿਵੇਂ ਹੈ, ਲੋਕਾਂ ਨੂੰ ਇਨਕਲਾਈਨ ਕਿਵੇਂ ਕਰਨਾ ਹੈ, ਕਾਸਟ ਪੋਲਰਾਈਜੇਸ਼ਨ ਕਿਵੇਂ ਕਰਨੀ ਹੈ, ਵੱਧੋ ਵੱਧ ਵੋਟਾਂ ਅਸੀਂ ਕਿਵੇਂ ਲੈ ਸਕਦੇ ਹਾਂ। ਉਹ ਚੀਜ਼ਾਂ ਦੀ ਸਟ੍ਰੈਟਜੀ ਅਸੀਂ ਬਣਾ ਕੇ ਦਿੰਦੇ ਹਾਂ। ਠੀਕ ਹੈ ਜੀ। ਬੇਸਿਕਲੀ ਜਿਵੇਂ ਤੁਸੀਂ ਲੋਲੀਪੌਪ ਕਿਹਾ, ਅਸੀਂ ਇਹਨੂੰ ਲੋਲੀਪੌਪ ਨਹੀਂ ਕਹਾਂਗੇ, ਅਸੀਂ ਤਾਂ ਇੰਪਲੀਮੈਂਟੇਸ਼ਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਅਤੇ ਉਸ ਇੰਪਲੀਮੈਂਟੇਸ਼ਨ ਨੂੰ ਕਿਵੇਂ ਲੈ ਕੇ ਜਾਣਾ, ਜੇ ਕੋਈ ਵੈਲ ਐਜੂਕੇਟਡ ਬੰਦਾ ਅੱਗੇ ਆਏਗਾ ਪੋਲੀਟਿਕਸ ਦੇ ਵਿੱਚ ਤਾਂ ਹੀ ਉਹ ਸੁਧਾਰ ਹੋ ਸਕੇਗਾ। ਪਿੱਛੋਂ ਆਪਾਂ ਪਿਛਲੇ ਸਾਲ ਤੋਂ ਦੇਖ ਰਹੇ ਹਾਂ ਕਿਸਾਨ ਅੰਦੋਲਨ ਚੱਲਦਾ ਪਿਆ। ਉਹ ਕਿਉਂ ਚੱਲਦਾ ਪਿਆ? ਉਹਦੇ 'ਚ ਕਮੀ ਕਿੱਥੇ ਹੈ? ਕਿਉਂਕਿ ਕਿਸਾਨਾਂ ਦੇ ਜਿਹੜੇ ਹੱਕ ਨੇ ਜਾਂ ਰਾਈਟਸ ਨੇ ਉਹਨਾਂ ਨੂੰ ਸੰਸਦ ਤੱਕ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨਹੀਂ ਪਹੁੰਚਾ ਸਕੇ। ਬੇਸਿਕਲੀ ਉਹ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆ, ਪਰੰਤੂ ਕਿਉਂ ਜਾ ਕੇ ਸੰਸਦ ਦੇ ਵਿੱਚ ਚੁੱਪ ਕਰ ਜਾਂਦੇ ਆ? ਆਪਣੇ ਜਿਹੜੇ ਉਹਨਾਂ ਦੇ ਹਿੱਤ ਦੇ ਕਾਨੂੰਨ ਨੇ ਉਹ ਤਾਂ ਮਿੰਟਾਂ ਦੇ ਵਿੱਚ ਪਾਸ ਹੋ ਜਾਂਦੇ ਆ, ਅਤੇ ਇਹੋ ਜਿਹੇ ਮਸਲੇ ਕਿਉਂ ਲਟਕਾਏ ਜਾਂਦੇ ਆ? ਬੇਸਿਕਲੀ ਮੈਂ ਇਹ ਚਾਹੁੰਦਾ ਕਿ ਉਹ ਲੋਕ ਅੱਗੇ ਆਉਣ ਜਿਹੜੇ ਗਰਾਊਂਡ ਲੈਵਲ ਦੀਆਂ ਮੁਸੀਬਤਾਂ ਜਾਣਦੇ ਹੋਣ, ਸਿਲਵਰ ਸਪੂਨ ਅੱਗੇ ਨਾ ਆਉਣ। ਅਸੀਂ ਉਹਨਾਂ ਲੋਕਾਂ ਨੂੰ, ਵੈਲ ਐਜੂਕੇਟਡ ਲੋਕ ਜਿਹੜੇ ਪੋਲੀਟਿਕਸ ਨੂੰ ਸੇਵਾ ਮੰਨਦੇ ਆ, ਪਰ
ਪੋਲਿਟਿਕਸ ਨੂੰ ਸੇਵਾ ਨਾ ਮੰਨਣ ਵਾਲੇ ਲੋਕ ਅੱਜ ਇੰਨਾ ਕੁ ਗਰੋ ਕਰ ਗਏ, ਜਿਨ੍ਹਾਂ ਨੇ ਕਮਰਸ਼ੀਅਲਾਈਜ਼ ਕਰਤੀ ਪੋਲਿਟਿਕਸ, ਤੇ ਉਹਨਾਂ ਦਾ ਜਿਹੜਾ ਗ੍ਰਾਫ ਹੈ, ਇਕਨੋਮਿਕ ਗ੍ਰਾਫ ਬਹੁਤ ਛੇਤੀ ਰੇਜ਼ ਕੀਤਾ ਹੈ। ਆਮ ਆਵਾਮ ਹੈ ਜਿਹੜੀ ਉਹ ਡੀਗ੍ਰੇਡ ਹੋ ਰਹੀ ਹੈ ਮਹਿੰਗਾਈ ਕਰਕੇ, ਰੋਟੀ ਉਹਨਾਂ ਦੇ ਘਰ ਨਹੀਂ ਪੱਕ ਰਹੀ। ਅਸੀਂ ਇਹ ਚਾਹੁੰਦੇ ਹਾਂ ਕਿ ਉਹਨਾਂ ਦੀ ਆਵਾਜ਼ ਚੱਕਣ ਲਈ ਸੰਸਦ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਜਿਹੜੇ ਲੋਕ ਜਾਣ, ਉਹ ਆਮ ਲੋਕ ਜਾਣ, ਉਹ ਲੋਕ ਨਾ ਜਾਣ ਜਿਹੜੇ ਪਹਿਲਾਂ ਹੀ ਰੱਜੇ ਪੁੱਜੇ ਨੇ ਤੇ ਉੱਥੇ ਜਾ ਕੇ ਫਿਰ ਉਹ ਆਪਣਾ ਹੀ ਸੋਚਣ। ਉਸ ਗੱਲ ਕਰਕੇ ਜਦੋਂ ਮੈਂ ਤੁਹਾਡੀ ਪ੍ਰੀਵੀਅਸ ਇੰਟਰਵਿਊ ਦੇਖੀ ਹੈ ਤਰਸੇਮ ਸਿੰਘ ਬਰਾੜ ਦੀ, ਤਾਂ ਉਹਦੇ ਤੋਂ ਮੈਨੂੰ ਇਹ ਮੋਟੀਵੇਟ ਹੋਇਆ ਕਿ ਠੀਕ ਹੈ, ਕਿਤੇ ਨਾ ਕਿਤੇ ਇਹ ਵੀ ਅਸੀਂ ਇਸ ਰੂਪ ਦੇ ਵਿੱਚ ਵੀ ਸਮਾਜ ਸੇਵਾ ਕਰ ਸਕਦੇ ਹਾਂ। ਤੇ ਮੈਂ ਤੁਹਾਡੇ ਚੈਨਲ ਰਾਹੀਂ, ਤੁਹਾਡੇ ਪਲੇਟਫਾਰਮ ਰਾਹੀਂ ਆਫਰ ਕਰਦਾ ਉਹਨਾਂ ਨੌਜਵਾਨਾਂ ਨੂੰ, ਐਲੀਜੀਬਲ ਨੌਜਵਾਨਾਂ ਨੂੰ, ਜਿਹੜੇ ਪੜ੍ਹੇ ਲਿਖੇ, ਜਿਹੜੇ ਗਰਾਊਂਡ ਦੀ ਗੱਲ ਉੱਤੇ ਤੱਕ ਲੈ ਕੇ ਜਾਣਗੇ, ਅਸੀਂ ਉਹਨਾਂ ਦਾ ਹਰ ਪਲ ਹਰ ਵਕਤ ਸਾਥ ਦੇਵਾਂਗੇ। ਜੇ ਕੋਈ ਇਹੋ ਜਿਹਾ ਬੰਦਾ ਇਹ ਸਾਰੇ ਜਿਹੜੇ ਪ੍ਰੋਪਰ ਇਸ ਇਲੈਕਸ਼ਨ ਨੂੰ ਲੜਨਾ ਚਾਹੁੰਦਾ, ਉਹਨੂੰ ਵੈਰੀ ਫਸਟ ਡੇ ਤੋਂ ਲੈ ਕੇ ਟਿਲ ਦਾ ਇਲੈਕਸ਼ਨ ਡੇਟ, ਐਂਡ ਆਫ ਡੇ ਵੋਟਿੰਗ ਤੱਕ ਜਿੰਨਾ ਵੀ ਕੋਈ ਸਟ੍ਰੈਟਜੀ ਹੈ ਸਾਰੀ ਅਸੀਂ ਪ੍ਰੋਵਾਈਡ ਕਰਾਂਗੇ। ਮੇਰੀ ਟੀਮ ਪ੍ਰੋਵਾਈਡ ਕਰੇਗੀ। ਜਿਹੜੀ ਸਾਡੀ ਟੀਮ ਹੈ ਆਲ ਪੰਜਾਬ ਦੇ ਵਿੱਚ ਵੀ ਹੈ, ਤੇ ਮੇਰੇ ਕੋਲ ਬਾਹਰੋਂ ਵੀ ਮੁੰਡੇ ਆਏ ਨੇ। ਕਈ ਕੇਂਦਰੀ ਮੰਤਰੀਆਂ ਨਾਲ ਵੀ ਕੰਮ ਕੀਤਾ ਹੈ, ਸਟੇਟ ਦੇ ਕਈ ਮਿਨਿਸਟਰ ਵੀ ਤੁਸੀਂ ਇੱਦਾਂ ਲਾ ਲਓ ਵੀ ਅਸੀਂ ਵੀ ਉਹਨਾਂ ਦੇ ਚਹੇਤਿਆਂ, ਤੇ ਉਹ ਵੀ ਸਾਡੇ ਕਾਫੀ ਕਲੋਜ਼ ਨੇ। ਅਸੀਂ ਡਿਸਕਲੋਜ਼ ਤਾਂ ਨਹੀਂ ਕਰ ਸਕਦੇ, ਪਰ ਜਿਹੜੀ ਸਟ੍ਰੈਟਜੀ ਉਹਨਾਂ ਨੂੰ ਮਿਲਦੀ ਹੈ, ਉਹਨਾਂ ਨੂੰ ਤਾਂ ਪੇਡ ਮਿਲਦੀ ਹੈ, ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਂਗੇ। ਆਓ ਅੱਗੇ ਆਓ, ਤਾਂ ਜੋ ਅਸੀਂ ਸਮਾਜ ਦਾ ਸੁਧਾਰ ਕਰ ਸਕੀਏ। ਜਿਹੜਾ ਪੰਜਾਬ ਨਿਘਾਰ ਵੱਲ ਜਾ ਰਿਹਾ, ਇਹਨੂੰ ਦੁਬਾਰਾ ਸੋਨੇ ਦੀ ਚਿੜੀ ਬਣਾ ਸਕੀਏ। ਪਰ ਕੇਂਦਰੀ ਮੰਤਰੀਆਂ ਦੇ ਨਾਲ ਕੰਮ ਕਰਨ ਵਾਲੇ ਨੂੰ ਫਿਰ ਇਹ ਕਿਵੇਂ ਸੁਝਿਆ ਕਿ ਯਾਰ ਫ੍ਰੀ ਦੇ ਵਿੱਚ ਹੀ ਆਹ ਕੰਮ ਕਰਦੇ, ਕਿਉਂਕਿ ਕੇਂਦਰੀ ਮੰਤਰੀ ਬਾਈ ਬਣਾਏ ਹੋਣਗੇ ਫਿਰ ਹੈ ਨਾ, ਵੱਡੇ ਆਫਰ ਕਰਦੇ ਆ, ਚੰਗੇ ਪੈਸੇ ਵੀ ਦਿੰਦੇ ਆ, ਪਰ ਫਿਰ ਇਹ ਤਾਂ ਕੰਮ ਫ੍ਰੀ 'ਚ ਹੋਊ। ਹੁਣ ਜਿਹੜੇ ਮੇਰੇ ਵਰਗੇ ਖੜੇ ਹੋਣਗੇ ਵਿਚਾਰੇ 10-10 ਕਿੱਲਿਆਂ ਵਾਲੇ, 5 ਵਾਲੇ, ਜਿਨ੍ਹਾਂ ਕੋਲੇ ਪੈਲੀ ਵੀ ਨਹੀਂ ਹੁੰਦੀ, ਉਹ ਖੜੇ ਹੋਣਗੇ, ਉਹ ਤਾਂ ਸ਼ਾਇਦ ਜਿਹੜੇ 25,000 ਰੁਪਇਆ ਇਕੱਠਾ ਕਰਨਗੇ ਨਾ ਐਮਐਲਏਸ਼ਿਪ ਦੇ ਲਈ, ਉਹ ਵੀ ਸ਼ਾਇਦ ਆਸੇ-ਪਾਸੇ ਫੜ ਕੇ ਕਰਨਗੇ। ਫਿਰ ਇੱਥੋਂ ਮਿਲਣਾ ਤਾਂ ਬਾਈ ਕੱਖ ਨਹੀਂ ਮਿਲਣਾ। ਇਹਦੇ ਨਾਲ ਕੀ ਹੈ, ਜਦੋਂ ਪੜ੍ਹਿਆ ਲਿਖਿਆ ਯੂਥ ਅੱਗੇ ਆਏਗਾ, ਉਸ ਏਰੀਏ ਦੇ ਵਿੱਚ ਤਕਰੀਬਨ ਇੱਕ ਕਨਸਟੀਚੁਐਂਸੀ ਦੇ ਵਿੱਚ 1.5 ਤੋਂ ਲੈ ਕੇ 2.5 ਲੱਖ ਵੋਟ ਹੈ, ਠੀਕ ਹੈ। ਜਦੋਂ ਉਹਨਾਂ ਨੂੰ ਕੋਈ ਪ੍ਰੋਬੇਬਲ ਕੈਂਡੀਡੇਟ, ਪ੍ਰੋਬੇਬਲ ਸਟਰੋਂਗ ਕੈਂਡੀਡੇਟ ਦਿਖੇਗਾ, ਭਾਵੇਂ ਦੇਖੋ ਫੰਡ ਉਹ ਜਿਹੜਾ ਉਹਨੇ ਉਹ ਇਕੱਠਾ ਕਰਨਾ ਹੈ, ਜਿਹੜਾ ਤੁਸੀਂ 25,000 ਫੀਸ ਹੈ, ਅਸੀਂ ਉਹਦੇ ਰਿਗਾਰਡਿੰਗ ਵੀ ਇੱਕ ਸਾਡਾ ਸੋਸ਼ਲ ਐਕਟਿਵਿਸਟ ਗਰੁੱਪ ਹੈ, ਉਹ ਆਲਰੇਡੀ ਚੋਣ ਕਮਿਸ਼ਨ ਨੂੰ ਵੀ ਲਿਖ ਚੁੱਕਿਆ ਵੀ ਜੇ ਚੀਜ਼ ਨੂੰ ਘਟਾਇਆ ਜਾ ਸਕੇ ਤਾਂ ਜੋ ਕੈਂਡੀਡੇਟ ਵੱਧ ਸਕਣ। ਜਿਹੜੇ ਐਲੀਜੀਬਲ ਕੈਂਡੀਡੇਟ, ਐਜੂਕੇਟਡ ਕੈਂਡੀਡੇਟ ਨੇ, ਜਿਹੜੇ ਸਿਆਸਤ ਨੂੰ ਸੇਵਾ ਸਮਝਦੇ ਆ, ਉਹਨਾਂ ਦਾ ਪ੍ਰਸਾਰ ਹੋ ਸਕੇ, ਵਧੇਰੇ ਉਹਦੇ ਵਿੱਚ ਆਉਣ, ਤਾਂ ਜੋ ਕੰਪੀਟੀਸ਼ਨ ਵਧੇ। ਤੇ ਇਸ ਚੀਜ਼ ਨੂੰ ਕੰਪੀਟੀਸ਼ਨ ਵਧਣ ਨਾਲ ਜਿਹੜਾ ਪ੍ਰੋਪਰ ਜਿਹੜੇ ਪੁਰਾਣੇ ਖੁੰਡ ਕਹਿ ਦਿੰਦੇ ਆ ਵੀ ਇਸ ਦੇ ਵਿੱਚ ਜੰਮੇ ਬੈਠੇ, ਜਿਨ੍ਹਾਂ ਦੀ ਜੜ੍ਹਾਂ ਮਜ਼ਬੂਤ ਨੇ ਤੇ ਕਿਸੇ ਨੂੰ ਅੱਗੇ ਨਹੀਂ ਆਉਣ ਦੇ ਰਹੇ, ਅਸੀਂ ਉਹਨਾਂ ਨੂੰ ਵੀ ਹਰਾ ਸਕੀਏ, ਤਾਂ ਜੋ ਆਵਾਜ਼ ਤੇ ਜਿਹੜੀ ਡੀਗ੍ਰੇਡੇਸ਼ਨ ਸਾਡੇ ਸਮਾਜ ਦੇ ਵਿੱਚ ਨਿਘਾਰ ਆਇਆ, ਉਹ ਉਹਨਾਂ ਦੀ ਸੋਚ ਕਰਕੇ ਆਇਆ। ਉਹਨਾਂ ਨੇ ਆਪਣੀਆਂ ਕੋਠੀਆਂ ਤਾਂ ਵੱਡੀਆਂ ਪਾ ਲਈਆਂ, ਪਰ ਜਿਹੜੇ ਗਰੀਬ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਜਾਂ ਕੋਈ ਹੋਰ ਸਬਸਿਡੀਆਂ ਤੇ ਲਾ ਕੇ ਇਹ ਚੀਜ਼ ਨੂੰ ਹੈਂਡੀਕੈਪਟ ਕੀਤਾ ਹੋਇਆ। ਅੱਛਾ, ਜਦੋਂ ਤੁਹਾਡੇ ਤੋਂ ਇਹ ਸਰਵਿਸ ਲੈਣ ਆਉਂਦੇ ਆ, ਮੈਨੂੰ ਇੱਕ ਗੱਲ ਦੱਸਿਓ, ਜਦੋਂ ਤੁਹਾਡੇ ਤੋਂ ਇਹ ਸਰਵਿਸ ਲੈਣ ਆਉਂਦੇ ਆ, ਤੁਹਾਨੂੰ ਕਹਿੰਦੇ ਕੀ ਆ? ਕਿ ਤੁਹਾਨੂੰ ਇਹ ਤਾਂ ਨਹੀਂ ਕਹਿੰਦੇ ਵੀ ਯਾਰ ਅਸੀਂ ਪਿਛਲੀ ਵਾਰੀ ਐਡੇ ਗੱਪ ਮਾਰੇ ਸੀ, ਹੁਣ ਇਦੋਂ ਵੱਡੇ ਗੱਪ ਮਾਰਨੇ ਆ, ਤਾਂ ਸਾਨੂੰ ਗੱਪ ਬਣਾ ਕੇ ਦਿਓ, ਇਹੋ ਜਿਹਾ ਕੁਝ ਕਹਿੰਦੇ ਆ? ਗੱਪਾਂ ਗੁੱਪਾਂ ਵਾਲੇ ਤਾਂ ਇਹਦੇ 'ਚ ਦੇਖੋ ਕੋਈ ਗੱਲ ਨਹੀਂ ਹੈ, ਅਸੀਂ ਵੀ ਪੜ੍ਹੇ ਲਿਖੇ ਹਾਂ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਹਰ ਚੀਜ਼ ਨੂੰ ਇੰਪਲੀਮੈਂਟ ਕੀਤਾ ਜਾ ਸਕੇ। ਜਿਹੜੇ ਵਾਅਦੇ ਜੇ ਇਹਨਾਂ ਨੇ 100% ਕੀਤੇ ਆ, ਜੇ 50% ਪੂਰੇ ਕੀਤੇ ਆ, ਤਾਂ ਜਿਹੜਾ ਰਹਿੰਦਾ ਸਮਾਂ ਉਸ ਟਨਿਓਰ ਦੇ ਵਿੱਚ ਜਿਹੜੇ ਬਾਕੀ ਦੇ ਪੈਂਡਿੰਗ ਜਿਹੜੇ ਵਾਅਦੇ ਨੇ, ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾ ਸਕੇ। ਮੈਂ ਨਹੀਂ ਕਹਿੰਦਾ ਵੀ 100% ਪੂਰੇ ਹੋ ਜਾਣਗੇ, ਕਦੇ ਵੀ ਨਹੀਂ ਹੁੰਦੇ। ਹੁਣ ਪਿਛਲੀ ਵਾਰ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਮੌਜੂਦਾ ਸਰਕਾਰ ਹੈ, ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ, ਨਹੀਂ ਹੋਇਆ। ਪਰ ਉਹਨੂੰ ਦੇਖੋ, ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਸਾਰੇ ਸਮਾਜ ਦੀ ਲੋੜ ਹੁੰਦੀ ਹੈ। ਇਕੱਲਾ ਪੁਲਿਸ ਪ੍ਰਸ਼ਾਸਨ, ਇਕੱਲੀ ਸਰਕਾਰ ਨਹੀਂ ਕਰ ਸਕਦੀ, ਜਨਤਾ ਨੂੰ ਵੀ ਅਵੇਅਰ ਹੋਣਾ ਪੈਣਾ, ਠੀਕ ਹੈ। ਵਾਅਦੇ ਪੂਰੇ ਕਰਨ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਆ ਵੀ ਅਸੀਂ ਵਾਅਦੇ ਦਿੰਦੇ ਆ, ਉਹ ਸਾਰੇ ਧਿਰਾਂ ਦਾ ਉਨਾ ਹੀ ਸਹਿਯੋਗ ਚਾਹੀਦਾ। ਸਪੋਜ਼ ਕਿਤੇ ਗਲੀ ਬਣਨੀ ਹੈ, ਠੇਕੇਦਾਰ ਮਾੜੀ ਇੱਟ ਲਾ ਰਿਹਾ, ਸਰਕਾਰ ਨੇ ਸਾਰਾ ਕੁਝ ਆਪਣਾ ਕਰਤਾ, ਉਹ ਉੱਥੇ ਖੜੇ ਹੋ ਕੇ ਉਸ ਚੀਜ਼ ਨੂੰ ਰੋਕ ਤਾਂ ਸਕਦਾ। ਦੇਖੋ ਜੀ, ਇੱਥੇ ਕਮਿਸ਼ਨਖੋਰੀ ਦਿਖ ਰਹੀ ਹੈ, 5 ਰੁਪਈਆਂ ਵਾਲੀ ਇੱਟ 10 ਰੁਪਏ ਵਾਲੀ ਲਾ ਰਹੇ ਹੈ, ਉਹ ਇੱਦਾਂ ਪਿੱਛੇ ਜੇ ਬਰਨਾਲੇ ਹੋਇਆ, ਸਾਈਨ ਬੋਰਡਾਂ ਦਾ ਇਹ ਮਸਲਾ ਉੱਠ ਗਿਆ ਸੀ। ਜੇ ਜਾਗਰੂਕ ਸੀਗੇ ਤਾਂ ਇਹ ਚੀਜ਼ ਅੱਗੇ ਆਈ ਨਿਕਲ ਕੇ, ਤੇ ਉਹ ਜਿਹੜਾ 7,000 ਵਾਲਾ ਸਾਈਨ ਬੋਰਡ ਸੀ ਅੱਜ 3500 ਦਾ ਮਿਲਦਾ ਪਿਆ। ਇਹੋ ਜਿਹੀਆਂ ਮੈਂ ਇਹ ਚੀਜ਼ ਚਾਹੁੰਦਾ ਵੀ ਜਾਗਰੂਕਤਾ ਫੈਲੇ। ਜੇ ਜਨਤਾ ਜਾਗਰੂਕ ਹੋ ਗਈ ਤਾਂ ਜਿਹੜੇ ਕਮਿਸ਼ਨਾਂ ਨੇ ਜਾਂ ਸਰਕਾਰੀ ਅਦਾਰੇ ਨੇ ਜਿਹੜੇ ਸ਼ੋਸ਼ਣ ਦਾ ਅੱਡਾ ਬਣੇ ਹੋਏ ਨੇ, ਉਹ ਵੀ ਕੰਟਰੋਲ 'ਚ ਆ ਜਾਣਗੇ। ਤੇ ਉਹ ਕੰਟਰੋਲ 'ਚ ਆਉਣ ਲਈ ਪੜ੍ਹੇ ਲਿਖੇ ਯੂਥ ਦਾ ਆਉਣਾ ਅੱਗੇ ਹੈ।
ਅੱਛਾ, ਇੱਕ ਚੀਜ਼ ਹੋਰ ਦੱਸਿਓ, ਕੰਸਲਟੈਂਸੀ ਇਦਾਂ ਦੀ ਵੀ ਸਰਵਿਸ ਹੁੰਦੀ ਹੈ ਕਿ ਸਰਵੇ ਵਗੈਰਾ ਹੁੰਦੇ ਉਹ ਵੀ ਕੰਸਲਟੈਂਸੀ ਦੇ ਅਧੀਨ ਆਉਂਦੇ ਆ, ਕੰਸਲਟੈਂਸੀ ਦੇ ਅੰਡਰ ਆਉਂਦੇ ਆ, ਕਿ ਜਿੱਦਾਂ ਹੁਣ ਕਹਿੰਦੇ ਕਿ ਯਾਰ ਇਸ ਏਰੀਏ ਦੇ ਵਿੱਚ ਸਰਵੇ ਕੀਤਾ ਜੇ 3 ਕੈਂਡੀਡੇਟ ਇਹਦੇ ਵਿੱਚ ਉਹ ਇਹ ਜਿੱਤ ਰਿਹਾ, ਇਹਨੂੰ ਇੰਨੀ ਵੋਟ ਮਿਲ ਰਹੀ ਹੈ, ਇਹਨੂੰ ਵੋਟ ਪਰਸੈਂਟੇਜ ਇੰਨੀ ਹੈ, ਇਹ ਚੀਜ਼ਾਂ ਵੀ ਕੰਸਲਟੈਂਸੀ ਦੇ ਵਿੱਚ ਹਾਂਜੀ, ਇਹ ਵੋਟ ਸਰਵੇ ਤਾਂ ਦੇਖੋ ਸਾਡਾ ਚੱਲਦਾ ਰਹਿੰਦਾ ਹੈ। ਜਿਹੜੀ ਮੇਰੀ ਟੀਮ ਹੈ ਗਰਾਊਂਡ ਲੈਵਲ ਤੇ ਸੱਥਾਂ ਵਿੱਚ ਜਾ ਕੇ ਇਹ ਡੇਟਾ ਕਲੈਕਟ ਕਰਦੀ ਰਹਿੰਦੀ ਹੈ। ਇਹ ਸਾਡਾ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਜਾਂ 6 ਮਹੀਨਿਆਂ 'ਚ ਨਹੀਂ ਹੁੰਦਾ। ਇਹ ਸ਼ੌਂਕ ਦੇ ਕੰਮ ਨੇ, ਤੇ ਜਿੱਥੋਂ ਵੀ ਅਸੀਂ ਲੰਘਦੇ ਹਾਂ ਤਾਂ ਉੱਥੋਂ ਇਹ ਚੀਜ਼ ਨੋਟ ਕਰਦੇ ਜਾਂਦੇ ਹਾਂ। ਸਪੋਜ਼ ਅਸੀਂ ਤੁਹਾਡੇ ਕੋਲ ਬੈਠੇ ਹਾਂ ਤਾਂ ਇੱਥੇ ਡਿਸਕਸ ਕਰਾਂਗੇ ਕਿਵੇਂ ਦਾ ਮਾਹੌਲ ਹੈ, ਕੀ ਚੀਜ਼ ਹੈ ਡਿਵੈਲਪਮੈਂਟ ਹੋਈ, ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਪਣੇ ਢੰਗ ਨਾਲ ਐਨਾਲਾਈਜ਼ ਕਰਕੇ ਸਟ੍ਰੈਟਜੀ ਤਿਆਰ ਹੁੰਦੀ ਹੈ। ਠੀਕ ਹੈ ਜੀ। ਜਦੋਂ ਸੱਥ 'ਚੋਂ ਆਵਾਜ਼ ਆਉਂਦੀ ਹੈ ਉਹ ਬਹੁਤ ਸੱਚੀ ਆਵਾਜ਼ ਹੁੰਦੀ ਹੈ। ਠੀਕ ਹੈ ਜੀ। ਅਸੀਂ ਉਹ ਸੱਥਾਂ ਵਾਲੀ ਆਵਾਜ਼ ਇਕੱਠੀ ਕਰਦੇ ਹਾਂ। ਸਾਡੇ ਕੋਲ ਕੋਈ ਜਾਦੂ ਮੰਤਰ ਨਹੀਂ ਹੈ। ਉਹਨੂੰ ਸੱਥਾਂ ਵਾਲੀ ਆਵਾਜ਼, ਉਹਨਾਂ ਦੇ ਜਿਹੜੇ ਇਸ਼ੂਜ਼ ਨੇ, ਜਿਹੜੇ ਨਹੀਂ ਪੂਰੇ ਹੋਏ ਵਾਅਦੇ, ਜਿਨ੍ਹਾਂ ਨੂੰ ਤੁਸੀਂ ਲੋਲੀਪੌਪ ਕਹਿੰਦੇ ਹੋ, ਨੋਟ ਡਾਊਨ ਕਰਦੇ ਹਾਂ, ਉਸ ਧਿਰ ਤੱਕ ਪਹੁੰਚਾਉਂਦੇ ਹਾਂ ਜਿਹਨੇ ਇਹ ਲੋਲੀਪੌਪ ਜਾਂ ਤੁਸੀਂ ਵਾਅਦੇ ਕੀਤੇ ਨੇ ਵੀ ਤੁਹਾਡੀ ਇਸ ਕਮੀ ਕਰਕੇ ਉੱਥੇ ਇਹ ਦਿੱਕਤ ਆ ਰਹੀ ਹੈ। ਅਸੀਂ ਉਸ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਲੇਮੈਨ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਇਹਨਾਂ ਚੀਜ਼ਾਂ 'ਤੇ ਸੋਚ ਸਕੇ, ਕਿਉਂਕਿ ਜਿਹੜੀ ਪੀਏ ਦੀ ਫੌਜ ਹੁੰਦੀ ਹੈ ਨਾ, ਉਹਦਾ ਪਰਸਨਲ ਦਾਇਰਾ ਹੈ। ਬਿਲਕੁਲ। ਅਤੇ ਉਹਦੇ ਤੱਕ ਅਪਰੋਚ ਕਰਨ ਲਈ ਉਹ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਲਕਸ਼ਮਣ ਰੇਖਾ ਟੱਪਣੀ ਪੈਂਦੀ ਹੈ, ਅਤੇ ਉਹ ਲਕਸ਼ਮਣ ਰੇਖਾ ਟੱਪਣੀ ਨਹੀਂ ਦਿੱਤੀ ਜਾਂਦੀ ਆਮ ਲੋਕਾਂ ਨੂੰ, ਅਤੇ ਉਹਨਾਂ ਦੀ ਆਵਾਜ਼ ਥੱਲੇ ਹੀ ਰਹਿ ਜਾਂਦੀ ਹੈ। ਉਹਦੇ ਕਰਕੇ ਕਮੀਆਂ ਬਹੁਤ ਨੇ ਸਿਸਟਮ ਦੇ ਵਿੱਚ। ਸਾਡੀ ਕਈ ਵਾਰੀ ਵੱਡੇ ਲੀਡਰਾਂ ਨਾਲ ਡਿਸਕਸ਼ਨ ਹੋਈ ਹੈ ਵੀ ਤੁਸੀਂ 1 to 1 ਪੰਜਾਬ ਦੇ ਵਿੱਚ ਕਈ ਇਹੋ ਜਿਹੇ ਲੀਡਰ ਨੇ ਜਿਹੜੇ 1 to 1 ਇਹ ਕਰ ਰਹੇ ਨੇ, ਅਤੇ ਇਸ ਟਾਈਮ ਭਾਵੇਂ ਉਹ ਕਿਸੇ ਪਾਰਟੀ ਦੇ ਵਿੱਚੋਂ ਵੀ ਸਵਿਚ ਕਰ ਜਾਣ, ਪਰ ਉਹਨਾਂ ਦਾ ਜਿੱਤਣਾ ਤੈਅ ਹੈ। ਉਹ ਇਸੇ ਕਰਕੇ ਵੀ ਉਹ ਆਮ ਜਨਤਾ ਨਾਲ ਉਹਨਾਂ ਦੀ ਸਿੱਧੀ ਅਪਰੋਚ ਹੈ। ਇਹੀ ਕਾਰਨ ਹੈ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਜਿਹੜਾ ਵੀ ਤੁਸੀਂ ਕੋਈ ਵਾਅਦਾ ਕਰਦੇ ਹੋ 100% ਨਹੀਂ, 85% ਤੱਕ ਤਾਂ ਪੂਰਾ ਕਰੋ ਨਾ। ਠੀਕ ਹੈ। ਜੇ ਕੋਈ ਮਹੱਲਾ ਪੂਰਾ ਤੁਸੀਂ ਨਹੀਂ ਪੱਕਾ ਕਰ ਸਕਦੇ, ਉਹਦੇ ਜਿਹੜੇ ਮੇਨ ਰੋਡਸ ਆ ਉਹ ਤਾਂ ਪੂਰੀਆਂ ਕਰੋ। ਉਹਦੀਆਂ ਐਸੈਂਸ਼ੀਅਲ, ਅਜੇ ਤੱਕ ਅਸੀਂ ਗਲੀਆਂ ਨਾਲੀਆਂ 70 ਸਾਲ ਹੋ ਗਏ ਸਾਡੇ ਕੋਲ ਗਲੀਆਂ ਨਾਲੀਆਂ ਨਹੀਂ ਪੂਰੀਆਂ ਹੋਈਆਂ, ਸੀਵਰੇਜ ਸਿਸਟਮ ਨਹੀਂ ਪੂਰਾ ਹੋਇਆ, ਅਤੇ ਡਿਵੈਲਪਮੈਂਟ ਤੁਸੀਂ ਕਿੱਥੋਂ ਹੋਰ ਕਿਹੜੀ ਮੰਗਦੇ ਹੋ ਡਿਵੈਲਪਮੈਂਟ। ਠੀਕ ਹੈ ਜੀ। ਇਹ ਚੀਜ਼ਾਂ ਬਾਈ ਆਪਾਂ ਗਿਆ ਜੀ ਤੁਹਾਡੇ ਫੇਸ 'ਤੇ ਜਿਹੜੇ ਆਪਾਂ ਪੈਰੀ, ਅੱਛਾ ਇਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ ਨੇ ਕਿ ਹੁਣ ਜਿਹੜੇ ਵਾਅਦੇ ਆ ਉਹ ਪਿਛਲਿਆਂ ਨਾਲੋਂ ਕਿੰਨੇ ਅਲੱਗ ਹੋ ਸਕਦੇ ਆ, ਜਾਂ ਇਹ ਚੀਜ਼ ਦੇਖਦੇ ਹੋ, ਜਾਂ ਤੁਸੀਂ ਜਿੱਦਾਂ ਤੁਸੀਂ ਕਿਹਾ ਕਿ ਸਰਵੇ ਕਰਦੇ ਹੋ ਉੱਥੇ ਨੀਡ ਦੇਖਦੇ ਹੋ ਕਿ ਕਿਹੜੇ ਏਰੀਏ ਦੇ ਵਿੱਚ ਕਿਹੜੀ ਚੀਜ਼ ਦੀ ਨੀਡ ਆ, ਜਾਂ ਉਸ ਜਿਹੜੇ ਏਰੀਏ ਦੇ ਲੋਕ ਆ, ਉਸ ਇਲਾਕੇ ਦੇ ਲੋਕ ਆ, ਹਲਕੇ ਦੇ ਲੋਕ ਆ, ਉਹ ਅਸਲ ਦੇ ਵਿੱਚ ਮੰਗਦੇ ਕੀ ਆ, ਉਹ ਮੰਗ ਕੀ ਕਰਦੇ ਆ। ਬੇਸਿਕਲੀ ਜਿਹੜਾ ਦੇਖੋ ਇਹ ਮੰਗ ਹੈ, ਇਹ ਰੀਜਨ ਟੂ ਰੀਜਨ ਜਿਹੜੀ ਇਹਦਾ ਜੋਗ੍ਰਾਫਿਕਲੀ ਚੇਂਜ ਹੁੰਦੀ ਰਹਿੰਦੀ ਹੈ। ਸਪੋਜ਼ ਬਾਰਡਰ ਏਰੀਆ ਹੈ, ਉੱਥੇ ਡਿਵੈਲਪਮੈਂਟ ਚਾਹੀਦੀ ਹੈ, ਉੱਥੇ ਨਸ਼ੇ ਪੱਤੇ ਦੀ ਬਹੁਤ ਮਾਰ ਹੈ। ਠੀਕ ਹੈ ਜੀ। ਪਿੱਛੇ ਜੇ ਕਾਫੀ ਆਪਾਂ ਕਹਿ ਦਿੰਦੇ ਹਾਂ ਬਾਰਡਰ ਚੱਟਾ ਟੱਪਦਾ ਹੈ। ਠੀਕ ਹੈ। ਕੋਈ ਆਪਾਂ ਜੇ ਸ਼ਹਿਰਾਂ ਵਾਲੇ ਪਾਸੇ ਨੂੰ ਚਲੇ ਜਾਈਏ, ਹੁਣ ਬਠਿੰਡਾ ਆ ਜਾਈਏ, ਤੁਹਾਡੇ ਪਾਣੀ ਦੀ ਪ੍ਰੋਬਲਮ ਹੈ। ਚੰਡੀਗੜ੍ਹ ਚਲੇ ਜਾਈਏ, ਉੱਥੇ ਜਾਮ ਦੀ ਬਹੁਤ ਪ੍ਰੋਬਲਮ ਹੋਣ ਲੱਗੀ ਕਿਉਂਕਿ ਕੰਜੈਸ਼ਨ ਹੋ ਗਈ। ਠੀਕ ਹੈ। ਇਹ ਜਿਵੇਂ ਜਿਵੇਂ ਏਰੀਆ ਚੇਂਜ ਹੁੰਦਾ ਰਹਿੰਦਾ ਹੈ, ਪ੍ਰੋਬਲਮਸ ਚੇਂਜ ਹੁੰਦੀਆਂ ਰਹਿੰਦੀਆਂ। ਠੀਕ ਹੈ। ਅਸੀਂ ਉਹਦੇ ਅਕੋਰਡਿੰਗ ਸਾਰਾ ਕਰਦੇ ਹਾਂ। ਇਹ ਨਹੀਂ ਹੈ ਵੀ ਸਾਰੇ ਪੰਜਾਬ ਦਾ ਸਰਵੇ ਇੱਕੋ ਜਿਹਾ ਹੁੰਦਾ। ਕਈ ਚੀਜ਼ਾਂ ਨੇ, ਹੁਣ ਧਾਰਮਿਕ ਸਥਾਨ ਨੇ, ਜਿਵੇਂ ਹੁਣ ਅੰਮ੍ਰਿਤਸਰ ਦਾ ਜੀ, ਉੱਥੇ ਸਭ ਤੋਂ ਵੱਡੀ ਪ੍ਰੋਬਲਮ ਜਾਮ ਦੀ ਹੈ। ਠੀਕ ਹੈ। ਉਹਨੂੰ ਕਿਵੇਂ ਸੌਰਟ ਆਊਟ ਕੀਤਾ ਜਾ ਸਕਦਾ, ਉਹਦੇ 'ਚ ਕੋਰੀਡੋਰ ਤਾਂ ਬਣਾਤਾ, ਪਰ ਉਹਨੂੰ ਯੂਟੀਲਾਈਜ਼ ਕਰਨ ਲਈ ਅਵੇਅਰਨੈਸ ਨਹੀਂ ਹੈ ਲੋਕਾਂ ਨੂੰ। ਉੱਥੋਂ ਦੇ ਲੋਕਲ ਲੋਕ ਹੀ ਉਹ ਕੋਰੀਡੋਰ ਦੇ ਵਿੱਚ ਜਾਈ ਜਾਂਦੇ ਆ। ਤੁਸੀਂ ਅਵੇਅਰ ਤਾਂ ਕਰੋ ਵੀ ਇਹ ਤੁਹਾਡਾ ਨਹੀਂ ਜੀ, ਇਹ ਡੈਡੀਕੇਟਡ ਰੂਟ ਹੈ। ਇਹੋ ਜਿਹੀਆਂ ਚੀਜ਼ਾਂ ਜਦੋਂ ਤੁਸੀਂ ਆਮ ਆਵਾਮ ਤੱਕ ਅਵੇਅਰਨੈਸ ਨਹੀਂ ਪਹੁੰਚਾਓਗੇ, ਤਾਂ ਜਾਗਰੂਕਤਾ ਨਹੀਂ ਪਹੁੰਚਾਓਗੇ, ਤਾਂ ਇਹ ਦਿੱਕਤਾਂ ਪੇਸ਼ ਆਉਣੀਆਂ ਹੀ ਆਉਣੀਆਂ ਨੇ। ਅੱਛਾ, ਤੁਸੀਂ ਰਾਜਨੀਤੀ ਬੜਾ ਨੇੜੇ ਹੋ ਕੇ ਕੰਮ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਜੇਕਰ ਆਮ ਘਰਾਂ ਦੇ ਮੁੰਡੇ ਕੁੜੀਆਂ ਆਉਣਗੇ, ਆਮ ਲੋਕ ਜਿਹੜੇ ਆਪਣੇ ਤੇ ਰਾਜ ਕਰਨੇ, ਜਾਂ ਮੈਂ ਕਹਾਂ ਕਿ ਸਿਆਸਤ ਚਲਾਉਣਗੇ, ਹੈ ਨਾ, ਸਿਆਸਤ ਨੂੰ ਚਲਾਉਣਗੇ, ਰਾਜ ਭਾਗ ਨੂੰ ਚਲਾਉਣਗੇ, ਤੁਹਾਨੂੰ ਕੀ ਲੱਗਦਾ ਕਿ ਚੇਂਜ ਪੰਜਾਬ ਦੇ ਵਿੱਚ ਆ ਸਕਦਾ? ਜਿਹੜੀ ਖੁਸ਼ਹਾਲੀ ਪੰਜਾਬ ਦੇ ਲੋਕ ਚਾਹੁੰਦੇ ਆ, ਜਿਹੜੀਆਂ ਮੰਗਾਂ ਪੰਜਾਬ ਦੇ ਲੋਕ ਚਾਹੁੰਦੇ, ਉਹ ਆ ਸਕਦੀਆਂ? ਮੈਂ 100% ਤਾਂ ਨਹੀਂ ਕਹਾਂਗਾ। ਜੇ ਕੋਈ ਡੈਡੀਕੇਟਡ ਯੂਥ ਹੁੰਦਾ ਹੈ ਜਿਹੜਾ ਸਿਆਸਤ ਨੂੰ ਸੇਵਾ ਹੀ ਸਮਝੇ, ਤਾਂ ਚੇਂਜ ਆ ਸਕਦਾ ਹੈ। ਠੀਕ ਹੈ ਜੀ। ਜਦੋਂ ਕੋਈ ਅੰਦੋਲਨ ਉੱਠਦਾ ਹੈ, ਹੁਣ ਜਾਗਰੂਕਤਾ, ਆਪਾਂ ਸਪੋਜ਼ ਗੱਲ ਕਰੀਏ ਕਿਸਾਨ ਅੰਦੋਲਨ ਦੀ, ਅਸੀਂ ਕਿਸੇ ਨੂੰ ਝੰਡਾ ਲਾਉਣ ਨੂੰ ਤਾਂ ਨਹੀਂ ਕਿਹਾ ਗੱਡੀ 'ਤੇ। ਉਹ ਝੰਡੇ ਅੱਜ ਕੱਲ੍ਹ ਸਿਆਸੀ ਝੰਡਿਆਂ ਤੋਂ ਜ਼ਿਆਦਾ ਨੇ, ਬਿਨਾਂ ਕਹੇ ਲੋਕ ਆਪ ਖਰੀਦਦੇ ਆ, ਲਾਉਂਦੇ ਵੀ ਆ। ਉਹ ਜਾਗਰੂਕਤਾ ਹੈ। ਜਦੋਂ ਉਹ ਜਾਗਰੂਕਤਾ ਆ ਗਈ ਹਰੇਕ ਮੁਹੱਲੇ ਦੇ ਵਿੱਚ, ਹਰੇਕ ਘਰ ਦੇ ਵਿੱਚ, ਤਾਂ ਚੇਂਜ ਆਉਣਾ ਸੁਭਾਵਿਕ ਹੈ। ਅਤੇ ਦਿੱਲੀ ਹੈ, ਦਿੱਲੀ ਦਾ ਮਾਡਲ ਕਈ ਵਾਰੀ ਪ੍ਰੈਜ਼ੈਂਟ ਕੀਤਾ ਜਾਂਦਾ। ਸਾਰਾ ਮਾਡਲ ਨਾ ਪ੍ਰੈਜ਼ੈਂਟ ਕਰੋ, ਕੁਛ ਚੀਜ਼ਾਂ ਤਾਂ ਸਹੀ ਹੋਈਆਂ ਹੋਣਗੀਆਂ। ਹਰੇਕ ਚੀਜ਼ ਦੇ ਵਿੱਚ ਕੋਈ ਨਾ ਕੋਈ ਪ੍ਰੋਜ਼ ਅਤੇ ਕੌਨਸ ਰਹਿ ਜਾਂਦੇ ਨੇ। ਹਰੇਕ ਬੰਦਾ ਕੋਈ 100% ਪਰਫੈਕਟ ਨਹੀਂ ਹੁੰਦਾ, ਲੇਕਿਨ ਪਰਫੈਕਸ਼ਨ ਦੇ ਨੇੜੇ ਤਾਂ ਜਾ ਸਕਦਾ ਹੈ। ਠੀਕ ਹੈ। ਇਹੋ ਜਿਹੀਆਂ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰਦੇ ਹਾਂ, ਉਸ ਢੰਗ ਨਾਲ ਕਰਦੇ ਹਾਂ ਕਿ ਲੋਕਾਂ ਦਾ ਜਿਹੜਾ ਮੈਂਟਲ ਸੈਟਿਸਫੈਕਸ਼ਨ ਤਾਂ ਹੋ ਸਕੇ, ਪਲੱਸ ਉਹਨਾਂ ਨੂੰ ਜਿਹੜਾ ਨੀਡਸ ਨੇ, ਬੇਸਿਕ ਨੀਡਸ ਨੇ, ਉਹ ਮਿਲ ਸਕਣ।
ਅੱਛਾ ਇੱਕ ਚੀਜ਼ ਹੋਰ ਦੱਸੋ, ਜਿੱਦਾਂ ਹੁਣ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਆ, ਅਗਲੀ ਵਾਰ ਚਲੋ ਠੀਕ ਆ ਹੋਰ ਕੋਈ ਤੁਹਾਡੇ ਕੋਲੇ ਪਾਰਟੀ ਹੁੰਦੀ ਆ, ਉਹਨਾਂ ਚੀਜ਼ਾਂ ਤੇ ਵੀ ਧਿਆਨ ਰੱਖਦੇ ਹੋ ਕਿ ਕਿਹੜੇ ਵਾਅਦੇ ਜਿਹੜੇ ਉਹਨਾਂ ਨੇ ਕੀਤੇ ਸੀ ਉਹ ਪੂਰੇ ਨਹੀਂ ਹੋਏ, ਉਹਨਾਂ ਨੂੰ ਵੀ ਉਹ ਦੂਸਰੀ ਪਾਰਟੀ ਅੱਗੇ ਜਿਹੜਾ ਰੱਖਿਆ ਜਾਂਦਾ ਕਿ ਇਹ ਵਾਅਦੇ ਸੀ ਇਹ ਪੂਰੇ ਨਹੀਂ ਹੋਏ, ਇਹਨਾਂ ਚੀਜ਼ਾਂ ਤੇ ਵੀ ਗੱਲਬਾਤ ਲੋਕਾਂ ਦੇ ਨਾਲ ਕੀਤੀ ਜਾ ਸਕਦੀ ਆ? ਹਾਂਜੀ, ਵਾਅਦਿਆਂ ਤੇ ਹੀ ਬੇਸਿਕਲੀ ਮੁੱਦਾ ਹੀ ਉਸ ਚੋਣ ਮੈਨੀਫੈਸਟੋ ਤੋਂ ਸ਼ੁਰੂ ਹੁੰਦਾ ਹੈ। ਕਿੰਨੇ ਵਾਅਦੇ ਪੂਰੇ ਹੋਏ, ਕਿੰਨੇ ਨਹੀਂ ਹੋਏ। ਠੀਕ ਹੈ, ਪਿਛਲੀ ਸਰਕਾਰ ਜਾਣ ਦਾ ਕਾਰਨ ਕੀ ਸੀ, ਉਹਨਾਂ ਦੇ ਟੈਨਿਓਰ ਦੇ ਵਿੱਚ ਹੋਈ ਬੇਅਦਬੀ। ਠੀਕ ਹੈ ਜੀ, ਉਹ ਪ੍ਰੋਪੇਗੈਂਡਾ ਬਣਿਆ ਤਾਂ ਉਹ ਸਰਕਾਰ ਤੋਂ ਬਾਹਰ ਹੋਏ। ਉਸ ਤੋਂ ਬਾਅਦ ਇਹ ਆਏ ਵੀ ਘਰ ਘਰ ਨੌਕਰੀ। ਠੀਕ ਹੈ, ਨੌਕਰੀ ਰੁਜ਼ਗਾਰ ਮੇਲਿਆਂ ਨਾਲ ਨੌਕਰੀ ਨਹੀਂ ਮਿਲ ਸਕਦੀ। ਜੇ ਤੁਸੀਂ ਇੱਕ ਦੁਕਾਨ ਤੇ ਕੋਈ ਬੰਦਾ ਲਵਾ ਦਿਓ ਉਹ ਰੁਜ਼ਗਾਰ ਨਹੀਂ ਮੰਨਿਆ ਜਾ ਸਕਦਾ। ਠੀਕ ਹੈ, ਜਾਂ ਮੇਲੇ ਕਰਵਾ ਕੇ ਉੱਥੇ ਗਾਇਕ ਲਵਾ ਕੇ ਆਪਾਂ ਭੀੜ ਉਮੜ ਗਈ, ਉਹਨੂੰ ਆਪਾਂ ਦਿਖਾਈਏ ਦੇਖੋ ਜੀ ਇੰਨਾ ਇਕੱਠ ਹੋ ਗਿਆ, ਗਲਤ ਹੈ। ਇੰਪਲੀਮੈਂਟੇਸ਼ਨ ਕਿਵੇਂ? ਹੁਣ ਜਿਹੜੀ ਤੁਸੀਂ ਰੁਜ਼ਗਾਰ ਦੀ ਗੱਲ ਕੀਤੀ ਹੈ, ਪੰਜਾਬ ਸਰਕਾਰ ਕੋਲ ਕੰਟਰੈਕਚੁਅਲ ਕਈ ਕਰਮਚਾਰੀ ਨੇ, ਆਊਟਸੋਰਸਿੰਗ ਰਾਹੀਂ ਨੇ। ਸਾਨੂੰ ਨੀਡ ਹੈ ਉਹਨਾਂ ਕਰਮਚਾਰੀਆਂ ਦੀ, ਉਹਨਾਂ ਨੂੰ ਔਨ ਰੋਲ ਕਰ ਲੈਣ, ਭਾਵੇਂ ਪੇ ਉਨੀ ਰੱਖਣ। ਸਰਕਾਰ ਆਪਣੇ ਅੰਡਰ ਤਾਂ ਕਰੇ ਨਾ। ਜਿਹੜੀਆਂ ਕੰਸਲਟੈਂਸੀ ਜਾਂ ਜਿਹੜੀ ਕਮਿਸ਼ਨ ਕੰਸਲਟੈਂਸੀ ਏਜੰਸੀਆਂ ਨੂੰ ਜਾਂਦੀ ਹੈ ਜਾਂ ਜਿਹੜੇ ਉਹ ਵਿੱਚ ਮੀਡੀਏਟਰਸ ਨੇ ਉਹ ਖਤਮ ਕਰ ਦਿਓ, ਤੁਹਾਡਾ ਵਿੱਤੀ ਬੋਝ ਵੀ ਘਟੇਗਾ ਤੇ ਜਿਹੜੀ ਮੈਂਟਲ ਸੈਟੀਸਫੈਕਸ਼ਨ ਕੰਟਰੈਕਚੁਅਲ EMPLOYE ਨੂੰ ਚਾਹੀਦੀ ਹੈ ਉਹ ਵੀ ਦੂਰ ਹੋ ਸਕੇਗੀ। ਸਰਕਾਰ ਇਹਨਾਂ ਚੀਜ਼ਾਂ ਦੇ ਕੰਮ ਪਤਾ ਨਹੀਂ ਕਿਉਂ ਨਹੀਂ ਕਰਦੀ। ਅਸੀਂ ਇਹੀ ਚੀਜ਼ਾਂ ਤੇ ਇਹਨਾਂ ਨੂੰ ਦੱਸਦੇ ਹਾਂ ਵੀ ਤੁਸੀਂ ਇਹ ਚੀਜ਼ ਨੂੰ ਇੱਦਾਂ ਕਰੋ, ਲੇਕਿਨ ਇਹਨਾਂ ਦੇ ਆਫੀਸਰਸ ਨੇ ਪੜ੍ਹੇ ਲਿਖੇ ਹੈ, ਸਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਨੇ। ਜੋ ਚੀਜ਼ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਹੈ, ਪਰ ਉਹ ਆਫੀਸਰਸ ਇਹਨਾਂ ਤੋਂ ਇੰਨਾ ਕੁ ਦਬੇ ਹੋਏ ਹੈ ਜਾਂ ਉਹ ਕੰਮ ਨਹੀਂ ਕਰ ਸਕਦੇ, ਜਾਂ ਉਹਨਾਂ ਦਾ ਇੱਕੋ ਇੱਕ ਟੀਚਾ ਵੀ ਅਸੀਂ ਇੱਕ ਵਾਰੀ ਕੁਰਸੀ ਤੇ ਬਹਿ ਗਏ ਤਾਂ ਅਸੀਂ ਸੇਫ ਹਾਂ, ਬਾਕੀ ਦਾ ਕੋਈ ਭੁੱਖਾ ਮਰੇ, ਕੋਈ ਨਾ ਉਹਨੂੰ ਕੁਝ ਮਿਲੇ, ਸਾਡਾ ਕੋਈ ਜ਼ਿੰਮੇਵਾਰੀ ਨਹੀਂ। ਅੱਛਾ ਇੱਕ ਚੀਜ਼ ਹੋਰ ਦੱਸਿਓ, ਇਦਾਂ ਦੀਆਂ ਵੀ ਗੱਲ ਹੁੰਦੀ ਹੈ ਕਿ ਭਾਈ ਜਦੋਂ ਪਹਿਲੀ ਜਿਹੜੀ ਪਾਰਟੀ ਹੁੰਦੀ ਆ ਉਹ ਵੱਡੇ ਵਾਅਦੇ ਕਰ ਦਿੰਦੀ ਆ, ਉਹ ਸੱਤਾ ਦੇ ਵਿੱਚ ਆ ਜਾਂਦੀ ਆ, ਉਸ ਤੋਂ ਬਾਅਦ ਫਿਰ ਉਹ ਤੁਹਾਡੇ ਕੋਲੇ ਆਉਂਦੀ ਆ, ਉਹਨਾਂ ਦੇ ਨਾਲ ਫਿਰ ਕਿਤੇ ਬੈਠ ਕੇ ਗੱਲਬਾਤ ਕਰਦੇ ਹੋ ਕਿ ਭਾਈ ਇੰਨੇ ਕੀਤੇ ਸੀ ਵਾਅਦੇ, ਪੂਰਾ ਤਾਂ ਇੱਕ ਅੱਧਾ ਵੀ ਨਹੀਂ ਕੀਤਾ, ਇਹੋ ਜਿਹਾ ਕੋਈ ਵੀ ਗੱਲਬਾਤ ਕਰਦੇ ਹੋ? ਨਹੀਂ, ਇਹਦੇ ਤੇ ਤਾਂ ਦੇਖੋ ਸਾਰਾ ਹੋਮਵਰਕ ਹੁੰਦਾ ਹੈ, ਹਰ ਚੀਜ਼ ਅਸੀਂ ਪ੍ਰੋਪਰ ਵੇ ਨਾਲ ਡਿਜ਼ਾਈਨ ਹੁੰਦਾ ਹੈ, ਕਿਹੜਾ ਕੰਮ ਕਿੰਨਾ ਪੂਰਾ ਹੋਇਆ। ਦੇਖੋ ਵਾਅਦਿਆਂ ਦੇ ਸਿਰ ਤੇ ਸਰਕਾਰਾਂ ਆਉਂਦੀਆਂ ਨੇ, ਭਾਵੇਂ ਭਾਰਤ ਸਰਕਾਰ ਹੈ ਭਾਵੇਂ ਕੋਈ ਸਟੇਟ ਦੀ ਗਵਰਨਮੈਂਟ ਹੈ। ਠੀਕ ਹੈ, ਸਾਡੇ ਲੋਕਾਂ ਦਾ ਇੱਕ ਮਤ ਬਣ ਚੁੱਕਿਆ ਹੈ, ਜਦੋਂ ਤੱਕ ਕੰਪੈਰੀਜ਼ਨ ਨਹੀਂ ਨਾ ਕਰਦੇ ਉਦੋਂ ਤੱਕ ਤੁਸੀਂ ਚੇਂਜ ਜ਼ਰੂਰੀ ਹੈ। ਠੀਕ ਹੈ, ਜੇ ਚੇਂਜ ਨਾ ਆਇਆ ਤਾਂ ਤੁਸੀਂ ਇੱਥੇ ਹੀ ਡਿਕਟੇਟਰਸ਼ਿਪ ਆ ਜਾਣੀ ਹੈ ਜੇ ਚੇਂਜ ਨਾ ਆਇਆ। ਠੀਕ ਹੈ, ਜਦੋਂ ਉਸ ਡਿਕਟੇਟਰਸ਼ਿਪ ਤੋਂ ਲੋਕ ਅੱਕ ਜਾਂਦੇ ਆ ਨਾ, ਫਿਰ ਚੇਂਜ ਭਾਲਦੇ ਆ, ਫਿਰ ਕਹਿਣ ਲੱਗ ਜਾਂਦੇ ਜੀ ਉਹ ਪਿਛਲੀ ਸਰਕਾਰ ਜ਼ਿਆਦਾ। ਕੰਪੈਰੀਜ਼ਨ, ਠੀਕ ਹੈ, ਵਾਅਦਿਆਂ ਦਾ ਕੰਪੈਰੀਜ਼ਨ ਹੋਣਾ ਜ਼ਰੂਰੀ ਹੈ। ਠੀਕ ਹੈ ਨਾ, ਹੁਣ ਪਿਛਲੀ ਵਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਪ੍ਰੋਪੇਗੈਂਡਾ ਸੀ ਬੇਅਦਬੀ ਦਾ, ਕੀ ਕੋਈ ਬੰਦਾ ਬੇਅਦਬੀ ਆਪ ਕਰਵਾ ਸਕਦਾ? ਜਿਹੜੇ ਗੁਰੂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ, ਇਹੋ ਜਿਹੀਆਂ ਬੇਅਦਬੀਆਂ ਆਪ ਥੋੜੀ ਕਰਵਾਉਣਗੇ। ਜਿਨ੍ਹਾਂ ਨੂੰ CM ਜਾਂ PM ਦੀਆਂ ਕੁਰਸੀਆਂ ਮਿਲੀਆਂ ਨੇ, ਉਸ ਰਾਜਪਾਟ ਮਿਲਿਆ ਹੈ, ਇਹ ਪ੍ਰੋਪੇਗੈਂਡਾ ਹੁੰਦੇ ਨੇ ਕਿਸੇ ਨੂੰ ਡੀਗ੍ਰੇਡ ਕਰਨ ਲਈ, ਇੱਕ ਨੂੰ ਚੇਂਜ ਕਰਨ ਲਈ ਤੇ ਦੂਜੇ ਨੂੰ ਲਿਆਉਣ ਲਈ। ਠੀਕ ਹੈ, ਇਹ ਵੀ ਸਾਰੇ ਪ੍ਰੋਜੈਕਟਸ ਇਹਦੇ ਅੰਡਰ ਹੀ ਆਉਂਦੇ ਆ। ਅੱਛਾ, ਫਿਰ ਜਿਹੜੇ ਹੁਣ ਆਮ ਘਰਾਂ ਦੇ ਮੁੰਡੇ ਕੁੜੀਆਂ ਉੱਠਣਗੇ ਉਹਨਾਂ ਦੇ ਲਈ ਤਾਂ ਫਿਰ ਬਾਈ ਸਟ੍ਰੈਟਜੀ ਮੈਨੂੰ ਲੱਗਦਾ ਇਹਨਾਂ ਵੱਡੀਆਂ ਪਾਰਟੀਆਂ ਤੋਂ, ਇਹਨਾਂ ਜਿਹੜੀਆਂ ਪਾਰਟੀਆਂ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਤੋਂ ਤਾਂ ਅਲੱਗ ਬਣਾਉਣੀ ਪਊ, ਉਹਨਾਂ ਲੋਕਾਂ ਤੋਂ ਅਲੱਗ ਬਣਾਉਣੀ ਪਊ, ਉਹਨਾਂ ਲੀਡਰਾਂ ਤੋਂ ਜਿਨ੍ਹਾਂ ਨੂੰ ਜੱਦੀ ਪੁਸ਼ਤੀ ਲੀਡਰੀਆਂ ਮਿਲੀਆਂ ਨੇ, ਜੱਦੀ ਪੁਸ਼ਤੀ ਜਿਨ੍ਹਾਂ ਦੇ ਰਾਜ ਭਾਗ ਜਿਨ੍ਹਾਂ ਦੀ ਝੋਲੀ ਦੇ ਵਿੱਚ ਆਇਆ, ਉਹਨਾਂ ਨੂੰ ਤਾਂ ਕੁਝ ਅਲੱਗ ਬਣਾਉਣਾ ਪਊਗਾ। ਫਿਰ ਉਹਨਾਂ ਦੇ ਲਈ ਜਿਹੜੇ ਵਾਅਦੇ ਹੋਣਗੇ ਉਹ ਕੁਝ ਅਲੱਗ ਬਣਾਓਗੇ? ਵਾਅਦੇ ਤਾਂ ਨਹੀਂ ਮੈਂ ਕਹਾਂਗਾ ਉਹਨਾਂ ਲਈ ਬਣਾਉਣੇ ਆ, ਵਾਅਦੇ ਨਹੀਂ ਅਸੀਂ ਕਹਾਂਗੇ, ਉਹ ਵਾਅਦਿਆਂ ਤੋਂ ਜਾਣੂ ਨੇ। ਠੀਕ ਹੈ, ਉਹਨਾਂ ਨੇ ਅਪਰੋਚ ਆਪਣੀ ਆਇਡੈਂਟੀਟੀ ਪਿੰਡਾਂ ਤੱਕ ਕਿਵੇਂ ਪਹੁੰਚਾਉਣੀ ਹੈ। ਇੱਕ ਫੇਸ ਹੁੰਦਾ ਹੈ, ਜਿਵੇਂ ਸਪੋਜ਼ ਆਪਾਂ ਕਹਿ ਦਈਏ ਕਿਸੇ ਵੀ ਪਾਰਟੀ ਦਾ ਸਿੰਬਲ ਹੈ, ਉਹਦਾ ਪਾਰਟੀ ਦਾ ਸਿੰਬਲ ਉਹਦਾ ਫੇਸ ਹੋਏਗਾ ਵੀ ਸਾਡੇ ਕੋਲੋਂ ਮੁੰਡਾ ਆ ਕੇ ਗਿਆ ਸੀ, ਉਹਦਾ ਸਿੰਬਲ ਹੈ। ਅਸੀਂ ਉਸ ਅਪਰੋਚ 'ਚ ਹਾਂ। ਵਾਅਦੇ ਤਾਂ ਉਹਨਾਂ ਨੂੰ ਪਤਾ ਨੇ ਵੀ ਸਰਕਾਰਾਂ ਕਿਹੜੇ ਕਰਦੀਆਂ ਨੇ, ਕਿਉਂਕਿ ਉਹ ਵਾਅਦਿਆਂ ਦੇ ਵਿਕਟਮ ਨੇ। ਠੀਕ ਹੈ, ਬਿਲਕੁਲ। ਅੱਛਾ, ਇਹਦੇ ਵਿੱਚ ਇਹ ਵੀ ਗੱਲ ਹੋਊਗੀ ਕਿ ਤੁਸੀਂ ਹਰ ਘਰ ਤੱਕ ਪਹੁੰਚਣਾ ਕਿਵੇਂ ਆ, ਆਪਣੇ ਆਪ ਨੂੰ ਪਹੁੰਚਾਉਣਾ ਕਿਵੇਂ ਆ? ਕਿਉਂਕਿ ਠੀਕ ਆ ਅਸੀਂ MLA-ਸ਼ਿਪ ਜਿਹੜੀ ਆ ਭਰ ਦਿੱਤੀ ਆ, ਠੀਕ ਹੈ, ਅਸੀਂ ਇਸ ਵਾਰ ਚੋਣਾਂ ਦੇ ਵਿੱਚ ਖੜੇ ਹੋਣਾ, ਉਹ ਸਾਨੂੰ ਪਤਾ, ਸਾਡੇ ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗ ਜੂ, ਪਰ ਸਾਡੇ ਹਲਕੇ ਦੇ ਵਿੱਚ ਕਿਵੇਂ ਪਤਾ ਲੱਗੂ ਕਿ ਯਾਰ ਆਹ ਨਾਂ ਦਾ ਮੁੰਡਾ ਵੀ ਕੋਈ ਖੜਾ, ਆਹ ਗੱਲ ਇਹ ਮੁੰਡਾ ਕਰਦਾ ਹੈ? ਹਾਂ, ਉਹਦੇ ਲਈ ਦੇਖੋ ਉਹ ਚੀਜ਼ਾਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਿਹਦੇ 'ਚ ਤੁਹਾਡੇ ਵਰਗੇ ਪਲੇਟਫਾਰਮ ਨੇ। ਠੀਕ ਹੈ, ਸੋਸ਼ਲ ਮੀਡੀਆ ਹੈ, ਦੂਜਾ ਮੀਡੀਆ ਥੋੜਾ ਕਾਸਟਲੀ ਹੈ, ਆਪਾਂ ਕਹਿ ਦਈਏ ਉਹਨੂੰ ਇਨਕਲਾਈਨ ਕਰਨਾ ਬਹੁਤ ਔਖਾ ਹੈ, ਕਿਉਂਕਿ ਵੱਡੇ ਲੀਡਰ ਜਿਹੜੇ ਕਮਾਈ ਬੈਠੇ ਹੈ, ਠੀਕ ਹੈ, ਉਹ ਮੀਡੀਆ ਉਹਨਾਂ ਵੱਲ ਕਿਵੇਂ ਝੁਕਾ ਕਰੇਗਾ? ਕਿਉਂਕਿ ਜਿਹੜੇ ਲੀਡਰ ਅੱਜ ਕੱਲ੍ਹ ਪੈਦਾ ਹੁੰਦੇ ਨੇ ਨਾ, ਉਹ ਪੇਡ ਲੀਡਰ ਨੇ। ਜਿਹੜੀਆਂ ਅਖਬਾਰਾਂ ਦੇ ਵਿੱਚ ਰੋਜ਼ ਫੋਟੋਆਂ ਇੱਕੋ ਬੰਦੇ ਦੀ ਅਸੀਂ ਦੇਖਦੇ ਹਾਂ ਵੀ ਯਾਰ ਇਹ ਲੀਡਰ ਨਵਾਂ ਪੈਦਾ ਹੋਇਆ,
ਉਹ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਕੋਈ ਸਿਸਟਮ ਚੱਲਦਾ ਹੋਏਗਾ, ਕੋਈ ਪੇਡ ਸਿਸਟਮ ਹੈ ਤਾਂ ਫੋਟੋ ਲੱਗਦੀ ਹੈ। ਤੇ ਉਹ ਘਰ ਘਰ ਤੱਕ ਪਹੁੰਚਾਉਣ ਲਈ ਅਸੀਂ ਫਿਰ ਤੁਹਾਡੇ ਵਰਗੇ ਜਿਹੜੇ ਸੋਸ਼ਲ ਮੀਡੀਆ ਜਾਂ ਵੈਬ ਚੈਨਲਸ ਨੇ ਉਹਨਾਂ ਰਾਹੀਂ ਪਹੁੰਚਾਵਾਂਗੇ ਵੀ ਇਹ ਬੰਦੇ ਦੀ ਆਹ ਫੇਸ ਵੈਲਿਊ ਹੈ, ਠੀਕ ਹੈ ਜੀ, ਇਹ ਬੰਦਾ ਇਸ ਘਰ 'ਚੋਂ ਉੱਠਿਆ। ਹੁਣ ਕਈ ਨਾਰਮਲ ਘਰਾਂ 'ਚੋਂ ਉੱਠ ਕੇ ਇਹਦੀ ਐਗਜ਼ਾਮਪਲ ਭਦੌੜ ਤੋਂ ਇੱਕ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦਾ ਮੁੰਡਾ ਐਮਐਲਏ ਤਾਂ ਬਣ ਗਿਆ, ਪਰ ਐਮਐਲਏ ਬਣਨ ਤੋਂ ਬਾਅਦ ਉਹਨੇ ਕੀ ਕੀਤਾ, ਉਸ ਯੂਨੀਅਨ ਲਈ ਕੀ ਕੀਤਾ, ਠੀਕ ਹੈ। ਹੀ ਇਜ਼ ਸਵਿਚਿੰਗ ਟੂ ਕਾਂਗਰਸ, ਠੀਕ ਹੈ, ਉਹ ਕਾਂਗਰਸ 'ਚ ਸਵਿਚ ਹੋ ਗਿਆ। ਹੁਣ ਸਰਕਾਰ ਵੀ ਉਹਨਾਂ ਦੀ ਉਹ ਆਪਣੀ ਯੂਨੀਅਨ ਵਾਸਤੇ ਕੀ ਕੀਤਾ। ਅਸੀਂ ਇਹ ਚਾਹੁੰਦੇ ਹਾਂ ਵੀ ਇਹੋ ਜਿਹਾ ਬੰਦਾ ਉੱਠ ਕੇ ਜੇ ਸਿਆਸਤ 'ਚ ਪੈਂਦਾ ਤਾਂ ਉਹੋ ਜਿਹਾ ਰੰਗ ਨਾ ਬਦਲੇ, ਪਰ ਜਿਨ੍ਹਾਂ ਨੇ ਉਹਨੂੰ ਉੱਥੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂ ਪਹੁੰਚਾਇਆ, ਠੀਕ ਹੈ, ਉਸ ਧਰਨਿਆਂ ਤੋਂ ਲੈ ਕੇ ਵਿਧਾਨ ਸਭਾ ਤੱਕ, ਤਾਂ ਉੱਥੇ ਜਾ ਕੇ ਆਵਾਜ਼ ਤਾਂ ਬੁਲੰਦ ਕਰੋ ਨਾ, ਠੀਕ ਹੈ। ਅਸੀਂ ਉਹ ਲੋਕ ਚਾਹੁੰਦੇ ਜਿਹੜੇ ਡੈਡੀਕੇਟਡ ਹੋਣ, ਰੰਗ ਨਾ ਚੇਂਜ ਕਰਨ। ਮੇਰੇ ਕੋਲ ਸਿਰਫ ਐਂ ਤਾਂ ਹੁਣ ਮੈਂ ਜੇ ਕਹਿ ਦਿਆਂ ਵੀ ਮੈਂ ਕੰਸਲਟੈਂਸੀ ਪ੍ਰੋਵਾਈਡ ਕਰਾਂਗਾ, ਹਜ਼ਾਰਾਂ ਬੰਦੇ ਲੀਡਰ ਬਣਨ ਦੇ, ਬਾਈ ਜੀ ਕਹਾਉਣ ਦੇ ਕਈ ਚਾਹਵਾਨ ਹੁੰਦੇ ਨੇ, ਪਰ ਅਸੀਂ ਸਿਰਫ ਉਹੀ ਸਿਲੈਕਟ ਕਰਾਂਗੇ ਜਿਹੜਾ ਸਾਡੇ ਪੈਰਾਮੀਟਰਸ 'ਤੇ ਖਰਾ ਉਤਰੇਗਾ। ਅੱਛਾ, ਪੈਰਾਮੀਟਰਸ ਦੇ ਵਿੱਚ ਕੀ ਕੀ ਹੋਊਗਾ, ਕਿਹੜੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ, ਚਲੋ ਇੱਕ ਐਲੀਜੀਬਲ ਕੈਂਡੀਡੇਟ ਕਿੱਦਾਂ ਦਾ ਹੋਵੇ? ਆਮ ਵੈਲ ਐਜੂਕੇਟਡ ਹੋਵੇ, ਠੀਕ ਹੈ, ਸਮਝ ਰੱਖਦਾ ਹੋਵੇ, ਸਮਾਜਿਕ ਸਮਝ ਰੱਖਦਾ ਹੋਵੇ, ਲੈਵਲ ਕੀ ਹੈ। ਉਹ ਕਹਿੰਦੇ ਨੇ ਥੋੜ੍ਹੀ ਜਿਹੀ ਪਾਵਰ ਮਿਲਣ ਤੋਂ ਬਾਅਦ ਥੋੜ੍ਹਾ ਹੰਕਾਰ ਨਾ ਜਾਏ। ਕਈ ਵਾਰੀ ਆਪਾਂ ਦੇਖਦੇ ਹਾਂ MC ਦੀਆਂ ਚੋਣਾਂ ਪਿੱਛੇ ਹੋਈਆਂ, ਉਹ ਬੰਦੇ ਘਰ ਘਰ ਤੱਕ, ਉਹਨਾਂ ਦਾ ਤਾਂ ਦੇਖੋ ਚੋਣ ਖੇਤਰ ਉਹਨਾਂ ਕੁ ਹੁੰਦਾ, ਘਰ ਘਰ ਤੱਕ ਗਏ, ਜਿੱਤਣ ਤੋਂ ਬਾਅਦ ਅਸੀਂ ਅੱਜ ਤੱਕ ਨਹੀਂ ਵੇਖੇ, ਠੀਕ ਹੈ। ਉਹ ਲੈਵਲ ਫਿਕਸ ਕਰਨਾ, ਉਹਨੇ ਆਪਣੀ ਇੱਕ ਆਇਡੈਂਟੀਟੀ ਬਣਾ ਕੇ ਵੋਟਾਂ ਤਾਂ ਲੈ ਲਈਆਂ, ਪਰ ਉਹ ਚੋਣ ਵਾਅਦੇ ਤਾਂ ਪੂਰੇ ਕਰੇ। ਮੁੜ ਕੇ ਫਿਰ ਹੱਥ ਖੜੇ ਕਰਦੇ ਨੇ ਸਾਡੇ ਕੋਲ ਫੰਡ ਨਹੀਂ ਤਾਂ ਧਰਨਾ ਲਓ। ਜਿਹੜੀ ਕੰਪੀਟੈਂਟ ਅਥਾਰਟੀ ਹੈ ਜਿਨ੍ਹਾਂ ਨੇ ਫੰਡ ਰਿਲੀਜ਼ ਕਰਨਾ, ਜਿਨ੍ਹਾਂ ਨੂੰ ਤੁਸੀਂ ਚੋਣ ਵਾਅਦੇ ਕੀਤੇ ਵੀ ਅਸੀਂ ਨਾਲੀ ਬਣਾ ਦਾਂਗੇ, ਤੁਹਾਡੇ ਲਾਈਟ ਲਵਾ ਦਾਂਗੇ, ਇਹ ਚੀਜ਼ਾਂ ਕੰਪੀਟੈਂਟ ਅਥਾਰਟੀ ਤੱਕ ਪਹੁੰਚਾਉਣੀਆਂ ਕਿਵੇਂ ਹੈ? ਉਹਦਾ ਪ੍ਰੋਪਰ ਚੈਨਲ ਕੀ ਹੈ? ਉਹੋ ਜਿਹੇ ਬੰਦੇ ਚਾਹੀਦੇ ਜਿਨ੍ਹਾਂ ਦੀ ਆਵਾਜ਼ ਪ੍ਰੋਪਰ ਚੈਨਲ ਰਾਹੀਂ ਉੱਤੇ ਤੱਕ ਪਹੁੰਚੇ ਤੇ ਉਸ ਚੀਜ਼ ਨੂੰ ਰਿਜ਼ੋਲਵ ਵੀ ਕਰਾ ਸਕਣ। ਸਾਨੂੰ ਉਹੋ ਜਿਹੇ ਬੰਦੇ ਚਾਹੀਦੇ ਆ। ਲੋਕਾਂ ਲਈ ਸੁਨੇਹਾ ਕੀ ਰਹੂਗਾ ਬਾਈ, ਜਿਹੜੇ ਲੋਕ ਚਾਹੁੰਦੇ ਆਉਣਾ, ਜਾਂ ਉਹਨਾਂ ਲੋਕਾਂ ਲਈ ਜਿਹੜੇ ਪੰਜਾਬ ਦੇ ਲਈ ਬਦਲ ਮੰਗਦੇ ਆ? ਦੇਖੋ, ਬਦਲ ਤਾਂ ਕਈ ਦਹਾਕਿਆਂ ਤੋਂ ਹੀ ਮੰਗੀ ਜਾਂਦੇ ਆ, ਬਦਲ ਆ ਨਹੀਂ ਰਿਹਾ, ਕਿਉਂਕਿ ਸਾਡੇ ਕੀ ਸਿਆਸੀ ਬੋਰਡ ਇਹੋ ਜਿਹੇ ਹੈ, ਉਹ ਥੱਲੇ ਬੂਟੇ ਦੂਜੇ ਹੋਣ ਨਹੀਂ ਦੇ ਰਹੇ। ਉਹਨਾਂ ਦਾ ਕਾਰਨ ਕੀ ਹੈ? ਉਹਨਾਂ ਦਾ ਕਾਰਨ ਵੀ ਮੈਂ ਵੀ ਉਹਦਾ ਵਿਕਟਮ ਰਿਹਾ। ਜਿਹੜੀ ਪੁਲਿਸ ਹੈ ਉਹ ਪੋਲੀਟਿਕਲੀ ਹੋ ਕੇ ਕੰਮ ਕਰਦੀ ਹੈ। ਜਦੋਂ ਪੁਲਿਸ ਪ੍ਰਸ਼ਾਸਨ ਆਪਣਾ ਕੰਮ, ਐਡਮਿਨਿਸਟ੍ਰੇਸ਼ਨ ਆਪਣਾ ਕੰਮ ਬੜੇ ਸੁਚੱਜੇ ਢੰਗ ਨਾਲ ਕਰਨ ਲੱਗ ਜੇ, ਜਰਨਲਿਜ਼ਮ ਬੜੇ ਚੰਗੇ ਢੰਗ ਨਾਲ ਕਰਨ ਲੱਗ ਜੇ, ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਸਮਾਜ ਦੇ ਵਿੱਚ ਸੁਧਾਰ ਨਾ ਆਵੇ। ਜਦੋਂ ਤੁਸੀਂ ਕਿਸੇ ਲੀਡਰ ਨੂੰ ਉਹਦੀ ਗਲਤੀ ਉਹਦੇ ਸਾਹਮਣੇ ਕਹੋਗੇ ਨਾ ਵੀ ਜੇ ਤੁਸੀਂ ਵਾਅਦੇ ਕੀਤੇ ਸੀ ਕਿਵੇਂ, ਪਰ ਜਦੋਂ ਤੁਸੀਂ ਤੁਹਾਨੂੰ ਪਤਾ ਹੈਗਾ ਪਰ ਤੁਸੀਂ ਪ੍ਰਿੰਟ ਨਹੀਂ ਕਰ ਰਹੇ, ਤੁਸੀਂ ਚਲਾ ਨਹੀਂ ਰਹੇ, ਇਟ ਮੀਨਸ ਅਸੀਂ ਵੀ ਕਿਤੇ ਨਾ ਕਿਤੇ ਡੀਗ੍ਰੇਡਡ ਆ, ਠੀਕ ਹੈ ਨਾ। ਇਹ ਜਿਹੜੇ ਚਾਰੇ ਸਾਡੇ ਸਤੰਭ ਨੇ ਡੈਮੋਕ੍ਰੇਸੀ ਦੇ, ਉਹਨਾਂ ਨੂੰ ਸਟਰੋਂਗ ਹੋਣਾ ਪੈਣਾ। ਇਕੱਲੀ ਜੁਡੀਸ਼ਰੀ ਸਟਰੋਂਗ ਨਹੀਂ, ਬਾਕੀ ਜਿਹੜੇ ਐਡਮਿਨਿਸਟ੍ਰੇਸ਼ਨ ਹੈ, ਲੈਜਿਸਲੇਟਿਵ ਹੈ ਤੇ ਜਰਨਲਿਜ਼ਮ ਹੈ, ਸਾਰਿਆਂ ਨੂੰ ਸਟਰੋਂਗ ਹੋਣਾ ਪੈਣਾ। ਆਪਣੀ ਭੂਮਿਕਾ ਜਿਹੜੀ 25% ਦੀਆਂ ਪ੍ਰੋਪਰ ਵੇ ਨਾਲ ਨਿਭਾਉਣੀ ਪੈਣੀ ਹੈ, ਤੇ ਉਹੀ 25% ਜਿਹੜਾ 100% ਸਾਨੂੰ ਆਮ ਬੰਦੇ ਨੂੰ ਮਿਲੇਗਾ, ਤਾਂ ਉਹ ਬੰਦਾ ਇੰਨਾ ਕੁ ਸਟਰੋਂਗ ਹੋਏਗਾ ਕਿ ਕਿਸੇ ਸਿਆਸੀ ਬੋਰਡ ਨੂੰ ਧੱਕਾ ਲਾ ਸਕੇ। ਅੱਛਾ ਬਾਈ ਜੀ, ਜੇਕਰ ਰਵਨੀ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ, ਰਾਬਤਾ ਕਰਨਾ ਚਾਹੁੰਦਾ, ਕਿਸੇ ਤਰ੍ਹਾਂ ਦਾ ਕੋਈ ਲਿੰਕ, ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨੰਬਰ, ਕਿੱਦਾਂ ਜਿਹੜਾ ਨੌਜਵਾਨ, ਜਿੱਦਾਂ ਆਪਾਂ ਐਲੀਜੀਬਿਲਟੀ ਦੀ ਗੱਲ ਕਰੀਏ, ਕੋਈ ਐਲੀਜੀਬਲ ਕੈਂਡੀਡੇਟ ਚਾਹੁੰਦਾ ਤੁਹਾਡੇ ਨਾਲ ਰਾਬਤਾ ਕਰਨਾ, ਤੁਹਾਡੀ ਸਰਵਿਸ, ਜਿਹੜਾ ਆਮ ਲੋਕ ਚਾਹੁੰਦੇ ਆ ਸਰਵਿਸ ਲੈਣਾ, ਤਾਂ ਕਿਵੇਂ ਲੈ ਸਕਦੇ? ਤੁਸੀਂ ਸਰਵਿਸ, ਮੈਂ ਤੁਹਾਡੇ ਨਾਲ ਨੰਬਰ ਵੀ ਸ਼ੇਅਰ ਕਰ ਦੇਣਾ, ਠੀਕ ਹੈ ਜੀ। ਬਾਕੀ ਤਾਂ ਸਾਡਾ ਚੱਲਦਾ ਫਿਰਦਾ ਆਫਿਸ ਹੈ। ਬੇਸਿਕਲੀ ਤਾਂ ਬੀਇੰਗ ਐਨ ਐਡਵੋਕੇਟ, ਮੇਰਾ ਆਫਿਸ ਸੰਗਰੂਰ ਹੈ ਤੇ ਸੁਨਾਮ ਵੀ ਹੈ, ਚੰਡੀਗੜ੍ਹ ਵੀ ਹੈ, ਜ਼ੀਰਕਪੁਰ ਦੇ ਵਿੱਚ। ਤੇ ਤੁਸੀਂ ਮੈਨੂੰ ਜਿੱਥੇ ਮਰਜ਼ੀ ਸੰਪਰਕ ਕਰ ਸਕਦੇ ਹੋ, ਜਾਂ ਜਿਸ ਦਿਨ ਜਿਸ ਏਰੀਏ 'ਚ ਹੋਇਆ। ਵੈਸੇ ਤਾਂ ਹੁਣ ਇਲੈਕਸ਼ਨ ਤੱਕ ਤਾਂ ਸਾਡਾ ਤੋਰੇ ਫਿਰੇ 'ਤੇ ਹੀ ਹੈ। ਮੈਨੂੰ ਫੋਨ 'ਤੇ, ਹਾਂ ਹੁਣ ਰੁੱਤ ਹੈ, ਬੇਸਿਕਲੀ ਇਹ ਰੁੱਤ ਆਈ ਹੋਈ ਹੈ। ਤਾਂ ਅਸੀਂ ਸਾਡਾ ਸਾਰੇ ਪੰਜਾਬ ਦਾ ਮੇਰਾ ਸਰਵੇ ਹੋ ਰਿਹਾ ਹੈ। ਮਾਲਵਾ ਕੰਪਲੀਟ ਅਸੀਂ ਕਰ ਚੁੱਕੇ ਹਾਂ, ਤੇ ਇਹਦਾ ਸਿੱਟਾ ਵੀ ਅਸੀਂ ਤੁਹਾਨੂੰ ਬਹੁਤ ਛੇਤੀ ਪ੍ਰੋਵਾਈਡ ਵੀ ਕਰ ਦਿਆਂਗੇ। ਸਰਕਾਰ ਕਿਹਦੀ ਬਣਨ ਜਾ ਰਹੀ ਹੈ, ਕਿਹਦੀ ਨਹੀਂ ਬਣਨ ਜਾ ਰਹੀ, ਕਿਹੜੀ ਗਰੋ ਕਰ ਰਹੀ ਹੈ, ਠੀਕ ਹੈ, ਉਹ ਹਾਲਾਤ ਵੀ ਤੁਹਾਨੂੰ ਇੱਕ ਗੱਲ ਚਲੋ ਦੱਸ ਦਿਓ ਜਾਂਦੇ ਜਾਂਦੇ। ਤੁਸੀਂ ਚਲੋ ਕਿਹਾ ਮਾਲਵਾ ਜਿਹੜਾ ਆ ਕੰਪਲੀਟ ਤੁਸੀਂ ਕਰ ਚੁੱਕੇ ਹੋ। ਆਮ ਲੋਕ ਚਾਹੁੰਦੇ ਆ ਕਿ ਕੋਈ ਨਾ ਕੋਈ ਬਦਲ, ਚਾਹੁੰਦੇ ਆ ਆਮ ਲੋਕ ਕੋਈ ਯਾਰ ਤੀਜੀ ਧਿਰ ਇਹੋ ਜਿਹੀ ਆਵੇ ਜਿਹੜਾ ਸਾਡੇ ਲਈ ਚੰਗਾ ਕੰਮ ਕਰੇ, ਚਾਹੁੰਦੇ ਆ? ਤੁਸੀਂ ਤਾਂ ਸਰਵੇ ਕਰਦੇ ਦੇਖੋ, ਤੀਜੀ ਧਿਰ ਮੰਗਦੇ ਜ਼ਰੂਰ ਹੈ, ਪਰ ਤੀਜੀ ਧਿਰ ਇੰਨੀ ਸਟਰੋਂਗ ਨਹੀਂ ਹੈ ਕਿ ਉਹ ਆ ਜੇ।
ਠੀਕ ਹੈ। ਤੀਜੀ ਧਿਰ ਦੇ ਕੁਝ ਕੁ ਕੈਂਡੀਡੇਟਸ ਨੂੰ ਅਸੀਂ ਮਿਲੇ ਆ, ਪ੍ਰੋਬੇਬਲ ਕੈਂਡੀਡੇਟਸ ਨੂੰ, ਕਿਉਂਕਿ ਉਹ ਤੀਜੀ ਧਿਰ 'ਚ ਵੀ ਉਹ ਲੋਕ ਸ਼ਾਮਲ ਹੋ ਕੇ ਜਿਨ੍ਹਾਂ ਨੇ ਕੱਪੜੇ ਤੇ ਪੱਗਾਂ ਦੇ ਰੰਗ ਚੇਂਜ ਕੀਤੇ ਨੇ, ਸੋਚ ਚੇਂਜ ਨਹੀਂ ਕੀਤੀ। ਤਾਂ ਫਿਰ ਉਹ ਜਦੋਂ ਤੱਕ ਸੋਚ ਨਹੀਂ ਨਾ ਚੇਂਜ ਹੁੰਦੀ ਤਾਂ ਉਹ ਚੇਂਜ ਆ ਨਹੀਂ ਸਕਦਾ। ਤਾਂ ਇੱਥੇ ਸਾਡੇ ਕੋਲ ਬਦਲ ਦੋ ਹੀ ਰਹਿਣੇ ਆ ਤੇ ਦੋਵਾਂ 'ਚੋਂ ਇੱਕ ਬਦਲ ਚੱਲਦਾ ਪਿਆ, ਇੱਕ ਆਉਣ ਵਾਲਾ ਹੈ। ਠੀਕ ਹੈ। ਬਾਕੀ ਹਾਂ, ਇਸ਼ਾਰਾ ਤੁਸੀਂ ਸਮਝ ਹੀ ਗਏ ਹੋਵੋਗੇ। ਤੇ ਇਹ ਚੀਜ਼ਾਂ ਸਾਰੀਆਂ ਬਦਲ ਦੇ ਹਿਸਾਬ ਨਾਲ ਹੀ ਚੱਲੀਆਂ, ਕਿਉਂਕਿ ਸਾਨੂੰ, ਸਾਡੇ ਆਮ ਲੋਕਾਂ ਨੂੰ ਕੀ ਹੈ, ਸਬਸਿਡੀਆਂ ਤੇ ਲਾਤਾ, ਆਟੇ ਦਾਲ ਤੇ ਲਾਤਾ, ਅਸੀਂ ਅਜੇ ਉਹਦੇ ਚੋਂ ਬਾਹਰ ਹੀ ਨਹੀਂ ਨਿਕਲਦੇ ਤਾਂ ਬਦਲ ਵੱਲ ਧਿਆਨ ਨਹੀਂ ਦੇ ਰਹੇ। ਹਾਂ, ਜਿੱਥੇ ਉਹ ਬਦਲ ਵਾਲੇ ਆ ਚੁੱਕੇ, ਉੱਥੋਂ ਵਾਲੇ ਲੋਕ ਉਹ ਬਦਲ ਤੋਂ ਬਹੁਤ ਤੰਗ ਨੇ ਗਰਾਊਂਡ ਲੈਵਲ ਤੇ, ਕਿਉਂਕਿ ਉਹ ਵੀ ਲੀਡਰ ਬਣ ਗਏ। ਜਿੰਨਾ ਸਮਾਂ ਜੋ ਇੱਕ ਅੰਦੋਲਨ ਚੋਂ ਨਿਕਲੇ ਹੋਏ ਲੀਡਰ ਨੇ ਜੋ ਵਾਅਦੇ ਕੀਤੇ ਸੀਗੇ, ਜਦੋਂ ਪੂਰੇ ਨਾ ਹੋਣ ਤਾਂ ਉਹ ਬਦਲ ਤੋਂ ਆਮ ਸਿਆਸਤਦਾਨਾਂ ਤੋਂ ਜ਼ਿਆਦਾ ਤੰਗ ਲੋਕ ਨੇ। ਉਹਦੀਆਂ ਕਈ ਉਦਾਹਰਨਾਂ ਤੁਹਾਡੇ ਸਾਹਮਣੇ ਨੇ, ਮੈਂ ਨਾਂ ਤਾਂ ਨਹੀਂ ਲਵਾਂਗਾ, ਪਰ ਉਹ ਬਦਲ ਜੇ ਉਹੀ ਗਰਾਊਂਡ ਲੈਵਲ ਦੇ ਲੀਡਰਸ ਪੋਲਿਸ਼ ਕਰਦਾ ਹੈ ਰਾਦਰ ਦੈਨ ਕੋਈ ਪੈਰਾਸ਼ੂਟ ਕੈਂਡੀਡੇਟ ਦੂਜੀ ਪਾਰਟੀ 'ਚੋਂ ਚੱਕ ਲਿਆ, ਤਾਂ ਉਹ ਤਾਂ ਸਕਸੈਸਫੁਲ ਹੈ। ਜੇ ਉਹ ਬਦਲ ਤਾਂ ਸਕਸੈਸਫੁਲ ਹੈ ਜੇ ਗਰਾਊਂਡ ਲੈਵਲ ਵਰਕਰ ਉਹਦੇ ਉੱਪਰ ਆਣ। ਜੇ ਆਹੀ ਪਾਰਟੀਆਂ ਬਦਲ ਕੇ ਉਹੀ ਸਿਆਸੀ ਵੋਟ ਦੂਜੇ ਥਾਂ ਤੋਂ ਲਿਆ ਕੇ ਵੀ ਅੱਜ ਟਿਕਟ ਨਹੀਂ ਮਿਲੀ, ਮੈਂ ਰੁੱਸ ਗਿਆ ਜੀ, ਮੈਂ ਇੱਧਰ, ਸੋਚ ਤਾਂ ਉਹਨਾਂ ਦੀ ਕੱਪੜਿਆਂ ਨਾਲ ਨਹੀਂ ਬਦਲਦੀ ਹੁੰਦੀ ਕਦੇ ਵੀ। ਫਿਰ ਤਾਂ ਸਾਨੂੰ 27 ਵੱਲ ਹੀ ਧਿਆਨ ਮਾਰਨਾ ਪਊ ਜੇਕਰ ਬਦਲ ਚਾਹੁੰਦੇ ਆ। ਹਾਂ, ਇਹ ਜਿਹੜੀ ਪ੍ਰੈਪਰੇਸ਼ਨ ਹੈ, ਜਿਹੜੀ ਬਦਲ ਤੁਸੀਂ ਚਾਹੁੰਦੇ ਹੋ, ਇਹ ਬਦਲ ਲਿਆਉਣ ਨੂੰ ਕੋਈ ਇੱਕ ਦਿਨ 'ਚ ਨਹੀਂ ਆਉਂਦਾ, 6 ਮਹੀਨਿਆਂ 'ਚ ਨਹੀਂ ਆਉਣਾ। ਇਹਦੇ ਲਈ ਤਾਂ ਸਮਾਂ ਚਾਹੀਦਾ ਹੈ। ਜਦੋਂ ਤੱਕ, ਹੁਣ ਦੇਖੋ, ਪੜ੍ਹੀ ਲਿਖੀ ਜਨਰੇਸ਼ਨ ਦਾ ਟਾਈਮ ਹੈ ਤੇ ਸੋਸ਼ਲ ਮੀਡੀਆ ਦਾ ਟਾਈਮ ਹੈ। ਉਹ ਪੜ੍ਹੀ ਲਿਖੀ ਜਨਰੇਸ਼ਨ ਹੀ ਬਦਲ ਲਿਆਏਗੀ, ਉਹ ਸੋਸ਼ਲ ਮੀਡੀਆ ਬਦਲ ਲਿਆਏਗਾ। ਮੇਰੇ ਹਿਸਾਬ ਨਾਲ ਪ੍ਰਿੰਟ ਮੀਡੀਆ ਹੁਣ ਲੋਕ ਬਹੁਤ ਘੱਟ ਪੜ੍ਹਨ ਲੱਗੇ, ਸਿਰਫ ਬਜ਼ੁਰਗ ਪੜ੍ਹਦੇ ਆ ਤੇ ਉਹਦੇ 'ਚ ਫਿਰ ਬਦਲ ਦਾ ਮੈਨੂੰ ਲੱਗਦਾ ਨਹੀਂ ਕਿਤੇ ਕੋਈ ਸਟੈਂਡ ਹੈਗਾ। ਇਹ ਚੀਜ਼ ਹੈ ਜੀ। ਤੁਸੀਂ ਬਾਈ ਕੀਮਤੀ ਸਮੇਂ 'ਚ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਮੈਂ RMB ਟੈਲੀਵਿਜ਼ਨ ਦਾ, ਇਹਨਾਂ ਦੇ ਪਲੇਟਫਾਰਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਆਵਾਜ਼ ਆਮ ਆਵਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ। ਤੇ ਬਾਕੀ ਉਹਨਾਂ ਨੂੰ ਵੀ ਮੈਂ ਮੋਟੀਵੇਟ ਕਰਨਾ ਚਾਹਾਂਗਾ, ਲੋਕਾਂ ਨੂੰ ਜਿਹੜੇ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ, ਸਿਆਸਤ ਨੂੰ ਸੇਵਾ ਸਮਝ ਕੇ ਆਇਓ, ਨਹੀਂ ਤਾਂ ਕਮਰਸ਼ਲਾਈਜ਼ ਤਾਂ ਸਾਡੇ ਦੇਸ਼ ਦੀ ਪੋਲਿਟਿਕਸ ਬਹੁਤ ਲੋਕਾਂ ਨੇ ਕਰ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਠੀਕ ਹੈ। ਸੋ ਮੇਰੇ ਨਾਲ ਐਡਵੋਕੇਟ ਰਵਨੀਤ ਸਿੰਘ ਹੋਰੀ ਸੀ। ਪਿਛਲੇ ਦਿਨੀ ਗੱਲਬਾਤ ਕੀਤੀ ਕਿ ਆਮ ਲੋਕ ਸਿਆਸਤ ਦੇ ਵਿੱਚ ਆਉਣ ਤਾਂ ਕਿਵੇਂ ਆਉਣ। ਹੁਣ ਇਹ ਆ ਕਿ ਸਿਆਸਤ ਦੇ ਵਿੱਚ ਅਸੀਂ ਆ ਕੇ ਜਿਹੜੇ ਵਾਅਦੇ ਕਰਨੇ ਆ ਉਹ ਕੀ ਹੋਣੇ ਚਾਹੀਦੇ ਆ, ਸਾਡੀ ਪਹੁੰਚ ਜਿਹੜੀ ਆ ਹਰ ਆਮ ਤੱਕ, ਹਰ ਖਾਸ ਤੱਕ ਹੋਵੇ ਤਾਂ ਉਹ ਕਿਵੇਂ ਹੋਵੇ ਤੇ ਉਹ ਪਹੁੰਚ ਕਰਵਾਊਗਾ ਕੌਣ। ਹਾਂ, ਵਾਕਿਆ ਦੇ ਵਿੱਚ ਇਹ ਸਹੀ ਆ ਕਿ ਕੰਸਲਟੈਂਸੀਜ਼ ਹੁੰਦੀਆਂ ਨੇ। ਕੰਸਲਟੈਂਸੀਜ਼ ਕੀ ਕੰਮ ਕਰਦੀਆਂ ਨੇ? ਕੰਸਲਟੈਂਸੀ ਕੰਮ ਕਰਦੀਆਂ ਨੇ ਕਿ ਹਰ ਵਾਅਦਾ ਆ ਜਿਹੜਾ ਕੀ ਹੋਵੇ ਤੇ ਉਹ ਵਾਅਦਾ ਬੜਾ ਦੇਖ ਪਰਖ ਕੇ ਕੀਤਾ ਜਾਂਦਾ ਆ। ਲੋਕ ਮੰਗਦੇ ਕੀ ਆ, ਲੋਕ ਮੰਗ ਕੀ ਕਰਦੇ ਆ ਤੇ ਕਿਹੜੀ ਗੱਲ ਜਿਹੜੀ ਆ ਲੋਕਾਂ ਦੇ ਦਿਲ ਦੇ ਵਿੱਚ ਘਰ ਕਰੂਗੀ। ਸੋ ਜਿਹੜੇ ਵੀ ਬਾਈ ਹੋਰਾਂ ਦੇ ਨਾਲ ਰਾਬਤਾ ਕਰਨਾ ਚਾਹੁੰਦੇ ਆ, ਤੁਸੀਂ ਚੈਨਲ ਦੇ ਨਾਲ ਸਾਡੇ ਨਾਲ ਰਾਬਤਾ ਕਰਕੇ ਬਾਈ ਹੋਰਾਂ ਦਾ ਸੰਪਰਕ ਨੰਬਰ ਜਿਹੜਾ ਆ ਸਾਡੇ ਤੋਂ ਲੈ ਸਕਦੇ ਹੋ। ਇੱਦਾਂ ਦੀਆਂ ਰਿਪੋਰਟਸ ਲੈ ਕੇ ਸਮੇਂ-ਸਮੇਂ 'ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।